ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਏਕੰਕਾਰਾ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਨਿਸਮੈ ਮਿਲੇ ਗਰੀਸ਼ ਸਭ ਜਹ ਕਟੋਚ ਮਈ ਪਾਲ। ਭੀਮ ਚੰਦ ਪੀਤੈਂਗਿਓ ਰਾਜੇ ਰਾਣੇ ਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਕਲਗੀਧਰ ਪੰਥ ਦੇ ਵਾਲੇ ਚਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਆਜ਼ਾਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਅੱਜ ਦੇ ਦਿਨ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਵਿਖੇ
ਕਲਗੀਧਰ ਜੀ ਨੇ ਆਪਣੇ ਕੰਠਾਗਰ ਤੋਂ ਗੁਰਬਾਣੀ ਉਚਾਰਨ ਕਰਕੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਾ ਕੇ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਸੰਪੂਰਨ ਕੀਤੇ। ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਲਿਖਾਰੀ ਦੀ ਸੇਵਾ ਨਿਭਾ ਰਹੇ ਨੇ, ਉੱਥੇ ਨਾਲ ਸਹਾਇਕ ਵਜੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਕਲਮਾ ਘੜਨ ਦੀ ਸੇਵਾ ਕਰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੰਪੂਰਨ ਸਰੂਪ ਮਹਾਰਾਜ ਜੀ ਨੇ ਤਿਆਰ ਕੀਤੇ। ਉਸੇ ਪਾਵਨ ਸਰੂਪ ਨੂੰ ਮਹਾਰਾਜ ਜੀ ਨੇ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਗੁਰਿਆਈ ਦਿੱਤੀ। ਉਸੇ ਪਾਵਨ ਸਰੂਪ ਦੇ ਉਤਾਰੇ ਜਿਨ੍ਹਾਂ ਦੇ ਹੁਣ ਅਸੀਂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ, ਉਸੇ ਦਮਦਮੀ ਬੀੜ ਦੇ ਉਤਾਰੇ ਹਨ। ਕਿਉਂਕਿ ਸ੍ਰੀ ਦਮਦਮੀ ਬੀੜ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੀੜਾਂ ਜਿਹੜੀਆਂ ਸਨ ਉਹ ਪਹਿਲੀਆਂ ਰਚੀਆਂ ਜਾ ਚੁੱਕੀਆਂ ਸਨ। ਇਹਦੇ ਤੋਂ ਪੂਰਨ ਰੂਪ ਦੇ ਵਿੱਚ ਸੁਧਾਈ ਕਰਕੇ ਸਾਰੇ ਸਰੂਪਾਂ ਦੇ ਦਰਸ਼ਨ ਅਸੀਂ ਕਰਦੇ ਹਾਂ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਨੇੜੇ ਜੰਗ ਹੋ ਰਿਹਾ ਹੈ। ਕਟੋਚੀਆ ਕਮੰਡ ਚੰਦ ਬੜੀ ਵੱਡੀ ਫੌਜ ਲੈ ਕੇ ਗਹਿ ਗਾਚੇ ਨੇ ਹਮਲਾ ਕੀਤਾ ਹੈ। ਸਿੰਘਾਂ ਨੇ ਹੱਲਾ ਝੱਲਿਆ। ਕਦੇ ਸਿੰਘ ਭਾਰੂ ਪੈ ਜਾਂਦੇ ਨੇ, ਕਦੇ ਪਹਾੜੀਏ ਭਾਰੂ ਪੈ ਕੇ ਅੱਗੇ ਵੱਧ ਜਾਂਦੇ ਨੇ। ਕਮੰਡ ਚੰਦ ਦਾ ਘੋੜਾ ਮਾਰਿਆ ਗਿਆ ਭਾਈ ਆਲਮ ਸਿੰਘ ਦੀ ਗੋਲੀ ਨਾਲ। ਇਹਨੇ ਜ਼ਮੀਨ ਦੇ ਉੱਤੇ ਪੱਥੇ ਦੇ ਤੀਰ ਖਿਲਾਰ ਲਏ ਤੇ ਬਹਿ ਕੇ ਤੀਰ ਚਲਾਉਣ ਲੱਗਾ। ਸਾਰਾ ਦਿਨ ਜੰਗ ਹੁੰਦਾ ਰਿਹਾ। ਜਦੋਂ ਸ਼ਾਮ ਨੂੰ ਜੰਗ ਦੀ ਸਮਾਪਤੀ ਤੋਂ ਬਾਅਦ, ਕਿਉਂਕਿ ਸੰਧਿਆ ਪੈ ਚੱਕੀ, ਸੂਰਜ ਛੁਪ ਚੱਕਿਆ, ਫੌਜਾਂ ਨੇ ਪਿੱਛੋਂ ਪਿੱਛੇ ਹਟਣਾ ਆਪੋ ਆਪਣੇ ਪੜਾਵਾਂ ਨੂੰ। ਉੱਠਣ ਲੱਗਾ, ਅਚਾਨਕ ਕਿਤੋਂ ਗੋਲੀ ਆਈ। ਕਮੰਡ ਚੰਦ ਕਟੋਚੀਏ ਨੂੰ ਜ਼ਖਮੀ ਕਰ ਦਿੱਤਾ। ਇਹਨੂੰ ਚੁੱਕ ਕੇ ਦੇ ਸਾਥੀ ਲੈ ਗਏ। ਖਾਲਸੇ ਨੇ ਫਿਰ ਅੱਜ ਦਾ ਮੋਰਚਾ ਮਾਰ ਲਿਆ, ਜੰਗ ਜਿੱਤ ਲਿਆ। ਇਹਨਾਂ ਦੇ ਹੱਥ ਕੁਝ ਨਹੀਂ ਲੱਗਾ। ਕਮੰਡ ਚੰਦ ਕਟੋਚੀਆ ਆਪਣੇ ਡੇਰੇ ਤੇ ਜਿੱਥੇ ਇਹਦਾ ਤੰਬੂ ਸੀ ਉੱਥੇ ਪਹੁੰਚਿਆ। ਭੀਮ ਚੰਦ ਤੇ ਬਾਕੀ ਰਾਜੇ ਬੜੇ ਫਿਕਰਮੰਦ ਚਿੰਤਾ ਤੁਰ ਨੇ ਕਿ ਹੁਣ ਸਾਡੇ ਕੋਲ ਅੱਗੇ ਲੱਗ ਕੇ ਲੜਨ ਵਾਲਾ ਕੋਈ ਸੂਰਮਾ ਬਾਕੀ ਨਹੀਂ ਬਚਿਆ। ਕਮੰਡ ਚੰਦ ਕਟੋਚੀਏ ਤੇ ਭਰੋਸਾ ਸੀ, ਉਹ ਵੀ ਜ਼ਖਮੀ ਹੋ ਗਿਆ। ਜਿਵੇਂ ਮਸਲਤ ਕਰਕੇ ਸਲਾਹ ਕਰ ਰਹੇ ਨੇ, ਆਓ ਖਾਲਸੇ ਦੀ ਜਿਵੇਂ ਜੰਗ ਦੇ ਮੈਦਾਨ ਵਿੱਚ ਜਿੱਤ ਹੋ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਕਲਗੀਧਰ ਸੁਆਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਸਮੈ ਮਿਲੇ ਗਰੀਸ਼ ਸਭ, ਜਹ ਕਟੋਚ ਮਈ ਪਾਲ। ਰਾਤ ਦੇ ਸਮੇਂ ਸਾਰੇ ਰਾਜੇ ਇਕੱਠੇ ਹੋ ਕੇ ਆਏ ਨੇ ਕਿੱਥੇ, ਜਿੱਥੇ ਕਟੋਚੀਆ ਸੀ ਕਮੰਡ ਚੰਦ। ਕਿਉਂਕਿ ਅੱਗੇ ਸਾਰੇ ਰਾਜੇ ਭੀਮ ਚੰਦ ਕੋਲ ਇਕੱਠੇ ਹੁੰਦੇ ਸੀ, ਪਰ ਕਟੋਚੀਆ ਜ਼ਖਮੀ ਔਰ ਨਹੀਂ ਸੀ ਜਾ ਸਕਦਾ। ਉਹਦੀ ਖਬਰ ਲੈਣ ਲਈ ਔਰ ਸਾਰੇ ਸਲਾਹ ਕਰਨ ਵਾਸਤੇ ਰਾਜੇ ਭੀਮ ਚੰਦ ਸਮੇਤ ਜਿੰਨੇ ਪਹਾੜੀ ਰਾਜੇ ਨੇ ਕਟੋਚੀਏ ਕਮੰਡ ਚੰਦ ਦੇ ਕੋਲ ਆਏ ਹਨ। ਭੀਮ ਚੰਦ ਪੀਤੇ ਗਇਓ ਰਾਜੇ ਰਾਣੇ ਜਾਲ। ਸਾਰੇ ਪਹਾੜੀ ਰਾਜੇ, ਰਾਜਾ ਭੀਮ ਚੰਦ, ਹੋਰ ਜਿੰਨੇ ਰਾਜੇ ਰਾਣੇ ਨੇ, ਇਹਨਾਂ ਸਾਰਿਆਂ ਦਾ ਜਿਹੜਾ ਸਮੁਦਾਇ ਹੈ
ਉਹ ਸਾਰੇ ਇਕੱਠੇ ਹੋ ਕੇ ਕਟੋਚੀਏ ਦੇ ਕੋਲ ਪਹੁੰਚੇ ਹਨ, ਜਿੱਥੇ ਉਹ ਜ਼ਖਮੀ ਹਾਲਤ ਵਿੱਚ ਹੈ। ਚੌਪਈ ਪੰਮਾ ਆਦ ਵਜ਼ੀਰ ਅਨੇਕ। ਰਾਜੇ ਭੀਮ ਚੰਦ ਦਾ ਇੱਕ ਕਪਟੀ ਵਜ਼ੀਰ ਸੀ, ਪੰਮਾ ਪੁਰੋਹਿਤ ਇਹਨੂੰ ਕਹਿੰਦੇ ਸਨ। ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਜ਼ੀਰ ਉਹ ਸਾਰੇ ਇਕੱਠੇ ਹੋ ਕੇ ਆ ਗਏ ਹਨ ਸਲਾਹ ਕਰਨ ਲਈ। ਮਿਲੇ ਸਿਆਣੇ ਸੁਮਤ ਵਿਵੇਕ। ਜਿਨ੍ਹਾਂ ਨੂੰ ਬੜਾ ਸਿਆਣਪ ਦਾ ਖਿਤਾਬ ਪ੍ਰਾਪਤ ਆ, ਬਕਾਇਦਾ ਉਹ ਆਪਣੀ ਸਿਆਣਪ ਦੀ ਤਨਖਾਹ ਲੈਂਦੇ ਨੇ, ਜਿਨ੍ਹਾਂ ਨੂੰ ਬੜਾ ਵਿਵੇਕੀ ਕਿਹਾ ਜਾਂਦਾ ਹੈ, ਉਹ ਸਾਰੇ ਚੱਲ ਕੇ ਪਹੁੰਚੇ ਹਨ। ਸਭਾ ਵਿਸਾਲ ਸਮੂਹ ਲਗਾਈ। ਪਹਾੜੀਆਂ ਨੇ ਰਾਤ ਦੇ ਸਮੇਂ ਕਟੋਚੀਏ ਦੇ ਕੋਲ ਹੀ ਸਭਾ ਲਾਈ ਹੈ, ਜਿੱਥੇ ਰਾਜੇ ਆਏ ਨੇ, ਉਹਨਾਂ ਦੇ ਵਜ਼ੀਰ ਆਏ ਨੇ, ਅੱਗੇ ਵੱਡੇ ਅਹਿਲਕਾਰ ਸਲਾਹਕਾਰ ਆਏ ਹਨ। ਚਾਰ ਮਸਾਲਾ ਬੋਝਲ ਤਾਈ। ਰਾਤ ਦਾ ਵੇਲਾ ਹੋਣ ਕਰਕੇ ਮਸ਼ਾਲਾਂ ਬਾਲ ਦਿੱਤੀਆਂ ਨੇ, ਝਾੜ ਤੇ ਮਤਾਬੀਆਂ ਜਗਾ ਦਿੱਤੀਆਂ ਹਨ। ਭੀਮ ਚੰਦ ਮਤੀ ਮੰਦ ਗੁਮਾਨੀ। ਰਾਜਾ ਭੀਮ ਚੰਦ ਖੋਟੀ ਮੱਤ ਵਾਲਾ, ਜਿਹਦੇ ਅੰਦਰ ਗੁਮਾਨ ਤੇ ਹੈਂਕੜ ਤੇ ਹੰਕਾਰ ਭਰਿਆ ਹੋਇਆ ਹੈ। ਸਬਨ ਸੁਨਾਵਤ ਗਿਰਾ ਬਖਾਨੀ। ਭੀਮ ਚੰਦ ਹੰਕਾਰਿਆ ਬੋਲਿਆ, ਸਾਰੀ ਸਭਾ ਦੇ ਵਿੱਚ ਬੋਲਦਿਆਂ ਕਹਿਣ ਲੱਗਾ, ਅਨੇਕ ਪ੍ਰਕਾਰਨ ਤੇ ਲੜ ਰਹੇ। ਕਹਿੰਦਾ ਵੀ ਆਪਾਂ ਆਪਣੇ ਵੱਲੋਂ ਪੂਰੀ ਵਾਹ ਲਾਈ ਹੈ। ਅਨੇਕ ਪ੍ਰਕਾਰ ਨਾਲ ਪਿਛਲੇ ਕਈ ਦਿਨਾਂ ਤੋਂ ਆਪਾਂ ਜੰਗ ਲੜ ਰਹੇ ਹਾਂ। ਅਨੇਕਾਂ ਪ੍ਰਕਾਰ ਦੇ ਉਪਾਅ ਰਚ ਕੇ ਆਪਾਂ ਲੜ ਚੁੱਕੇ ਹਾਂ। ਨਹੀਂ ਮਨੋਰਥ ਕਿਉਂ ਹੂੰ ਲਏ। ਪਰ ਜਿਹੜਾ ਸਾਡਾ ਮਨੋਰਥ ਸੀ, ਉਹ ਸਾਡਾ ਮਨੋਰਥ ਪੂਰਾ ਨਹੀਂ ਹੋਇਆ, ਜਿਸ ਕਰਕੇ ਅਸੀਂ ਲੜਨ ਆਏ ਆ, ਲੜਾਈ ਕਰਕੇ ਹਾਰ ਗਏ ਆ, ਥੱਕ ਗਏ ਆ। ਪਰ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਸੀ ਉਹ ਹੋ ਨਹੀਂ ਸਕਿਆ, ਸਾਡਾ ਮਨੋਰਥ ਸਿੱਧ ਨਹੀਂ ਹੋ ਸਕਿਆ। ਦਿਵਸ ਮਾਸ ਤੇ ਅਧਿਕ ਬਿਤਾਏ। 1 ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ ਆਪਾਂ ਨੂੰ ਇੱਥੇ ਆ ਕੇ ਲੜਦਿਆਂ। 1 ਮਹੀਨੇ ਤੋਂ ਵੱਧ ਸਮਾਂ ਸਾਨੂੰ ਇੱਥੇ ਆ ਕੇ ਲੜਦਿਆਂ ਬੀਤ ਗਿਆ। ਲੜਤ ਰਹੇ ਗਨ ਸੋ ਭੱਟ ਖਪਾਏ। ਔਰ ਇੱਥੇ ਲੜਦਿਆਂ ਅਸੀਂ ਬਹੁਤ ਸਾਰੇ ਸੂਰਮੇ ਆਪਣੇ ਮਰਵਾ ਲਏ ਹਨ। ਬਹੁਤ ਸਾਰੇ ਯੋਧੇ ਸਾਡੇ ਇਸ ਰਣ ਭੂਮੀ 'ਚ ਜੰਗ ਦੇ ਮੈਦਾਨ 'ਚ ਮਾਰੇ ਜਾ ਚੁੱਕੇ ਹਨ। ਰਾਜਨੀਤ ਕੇ ਚਤੁਰ ਉਪਾਏ। ਰਾਜਨੀਤੀ ਦੇ 4 ਉਪਾਅ ਹੁੰਦੇ ਨੇ, 4 ਤਰੀਕੇ ਹੁੰਦੇ ਨੇ, ਸ਼ਾਮ, ਦਾਮ, ਦੰਡ ਤੇ ਭੇਦ। ਰਾਜਨੀਤੀ ਦੇ ਜਿਹੜੇ 4 ਉਪਾਅ ਹੁੰਦੇ ਹਨ, ਸਕਲ ਵਿਚਾਰੋ ਚਿਤ ਕੋ ਲਾਏ। ਉਹ ਸਾਰੇ ਉਪਾਵਾਂ ਨੂੰ ਤੁਸੀਂ ਆਪਣਾ ਚਿੱਤ ਲਾ ਕੇ ਵਿਚਾਰ ਕਰੋ ਕਿ ਕਿਹੜਾ ਉਪਾਅ ਹੁਣ ਚੱਲ ਸਕਦਾ ਹੈ। ਬੜੋ ਬਹਾਦਰ ਕੇਸਰੀ ਚੰਦ। ਸਾਡਾ ਐਡਾ ਵੱਡਾ ਬਹਾਦਰ ਯੋਧਾ, ਜਿਹਦੇ ਤੇ ਸਾਨੂੰ ਮਾਣ ਸੀ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਡੇ ਸਾਰੇ ਪਹਾੜੀ ਰਾਜਿਆਂ ਦੀ ਰੀੜ ਦੀ ਹੱਡੀ ਸੀ ਰਾਜਾ ਕੇਸਰੀ ਚੰਦ, ਤਾਂ ਇਹ ਕੋਈ ਅਤ ਕਥਨੀ ਨਹੀਂ ਹੈ। ਇਹੋ ਜਿਹਾ ਬਲੀ ਰਾਜਾ ਕੇਸਰੀ ਚੰਦ, ਪਾਉ ਜਮਤੁੱਲਾ ਸੋ ਬਿਲੰਦ। ਔਰ ਉਹਦੇ ਤੋਂ ਵੀ ਬਲੀ ਸੀ ਜਮਤੁੱਲਾ ਭਾਊ, ਜਿਹੜੇ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਹੱਥੋਂ ਮਾਰੇ ਜਾ ਚੁੱਕੇ ਹਨ। ਦੋਨੋਂ ਯੋਧਾ ਮਰੇ ਜੁਝਾਰੇ। ਸਾਡੇ ਇਹੋ ਜਿਹੇ ਬਲਵਾਨ ਯੋਧੇ, ਏਦਾਂ ਕਹਿ ਸਕਦੇ ਆ ਵੀ ਸਾਡੇ 2 ਥੰਮ ਸਾਨੇ ਦੋਵੇਂ, ਕੇਸਰੀ ਚੰਦ ਤੇ ਜਮਤੁੱਲਾ ਭਾਊ। ਉਹ ਦੋਵੇਂ ਬੜੇ ਯੋਧੇ ਜੰਗ ਦੇ ਮੈਦਾਨ ਵਿੱਚ ਸਾਡੇ ਮਾਰੇ ਜਾ ਚੁੱਕੇ ਨੇ, ਸਾਡੇ 2 ਥੰਮ ਟੁੱਟ ਗਏ ਹਨ। ਮੀਏ ਅਰ ਰਾਣੇ ਗਨ ਮਾਰੇ। ਇਹਦੇ ਤੋਂ ਇਲਾਵਾ ਬੜੇ ਬੜੇ ਮੀਏ ਰਾਣੇ ਰਣ ਭੂਮੀ ਦੇ ਵਿੱਚ ਮਾਰੇ ਜਾ ਚੁੱਕੇ ਹਨ। ਕਹਿ ਲੋ ਗਿਨੀਏ ਸਭ ਤੁਮ ਜਾਣੋ। ਤੁਸੀਂ ਸਾਰਾ ਕੁਝ ਜਾਣਦੇ ਹੀ ਹੋ, ਮੈਂ ਸਾਰਾ ਕੁਝ ਤਾਂ ਕਹਾਂ ਜੇ ਤੁਸੀਂ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਹੋਵੇ। ਤੁਸੀਂ ਸਭ ਕੁਝ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹੋ, ਬਹੁਤਾ ਮੈਂ ਕੀ ਆਖ ਕੇ ਕਹਾਂ। ਸਰਿਓ ਨ ਕਾਰਜ ਮਰੇ ਮਹਾਨੋ। ਏਡੇ ਵੱਡੇ ਯੋਧੇ, ਸਾਡੇ ਮਹਾਨ ਤੋਂ ਮਹਾਨ ਯੋਧੇ ਮਾਰੇ ਗਏ ਨੇ, ਪਰ ਸਾਡਾ ਇੱਕ ਰੱਤੀ ਜਿੰਨਾ ਵੀ ਕੰਮ ਸਿੱਧ ਨਹੀਂ ਹੋ ਸਕਿਆ। ਇੱਕ ਰੱਤੀ ਜਿੰਨਾ ਵੀ ਸਾਡਾ ਕਾਰਜ ਰਾਸ ਨਹੀਂ ਹੋ ਚੁੱਕ ਸਕਿਆ। ਸ਼ਾਮ ਦਾਮ ਅਰ ਭੇਦ ਨ ਪਇਓ। ਨਾ ਅਸੀਂ ਉਹਨਾਂ ਨਾਲ ਸ਼ਾਮ ਕਰ ਸਕੇ ਆ, ਨਾ ਦਾਮ ਨਾਲ ਖਰੀਦ ਸਕੇ ਆ, ਨਾ ਹੀ ਉਹਨਾਂ ਦੇ ਵਿੱਚ ਭੇਦ ਪਾ ਸਕੇ ਹਾਂ। ਦੰਡ ਉਪਾਏ ਚਤੁਰਥੋ ਕੀਓ। ਆਪਾਂ ਜਿਹੜਾ ਚੌਥਾ ਉਪਾਅ ਸੀ ਦੰਡ ਵਾਲਾ,
ਉਹ ਆਪਾਂ ਕੀਤਾ, ਉਹਨਾਂ ਨੂੰ ਦੰਡ ਦੇਣ ਦਾ ਯਤਨ ਕੀਤਾ। ਏ ਤ੍ਰੈ ਤੇ ਪਾਛੇ ਬਨ ਆਵਤ। ਹਾਲਾਂਕਿ ਜਿਹੜਾ ਦੰਡ ਹੈ ਉਹ ਹਮੇਸ਼ਾ ਬਾਅਦ ਵਿੱਚ ਹੁੰਦਾ, ਪਹਿਲਾਂ ਸ਼ਾਮ ਹੁੰਦਾ, ਫਿਰ ਦਾਮ, ਫਿਰ ਭੇਦ। ਸ਼ਾਮ ਦਾਮ ਭੇਦ ਨਾਲ ਗੱਲ ਨਾ ਬਣੇ ਤੇ ਫਿਰ ਚੌਥਾ ਉਪਾਅ ਦੰਡ ਵਾਲਾ ਕਰਨਾ ਪੈਂਦਾ ਹੈ। ਆਪਾਂ ਜਿਹੜੇ ਪਹਿਲੇ ਤਿੰਨ ਉਪਾਅ ਨੇ ਸ਼ਾਮ ਦਾਮ ਤੇ ਭੇਦ ਵਾਲੇ, ਉਹ ਛੱਡ ਕੇ ਚੌਥਾ ਉਪਾਅ ਜਿਹੜਾ ਦੰਡ ਵਾਲਾ ਹੈ ਉਹ ਕੀਤਾ ਹੈ। ਸੋ ਹਮ ਪ੍ਰਥਮ ਕੀਨ ਮਨ ਭਾਵਤ। ਅਸੀਂ ਆਪਣੇ ਮਨ ਨੂੰ ਭਾਉਂਦਾ ਕੰਮ ਜਾਣ ਕਰਕੇ ਦੰਡ ਦੇਣ ਲਈ ਕਿ ਕੀ ਨੇ ਸਾਡੇ ਸਾਹਮਣੇ ਸਾਡੀ ਏਡੀ ਫੌਜ ਹੈ, ਤੇ ਉਹਨਾਂ ਨੂੰ ਕਮਜ਼ੋਰ ਸਮਝ ਕੇ, ਨਿਰਬਲ ਸਮਝ ਕੇ ਸਿੱਧਾ ਉਹਨਾਂ ਨੂੰ ਦੰਡ ਦੇਣ ਵਾਸਤੇ ਪਹੁੰਚ ਗਏ। ਕੁਛ ਤੋਰੋ ਨੇ ਭਇਓ ਵਿਚਾਰੋ। ਥੋੜੀ ਜਿੰਨੀ ਵੀ ਵਿਚਾਰ ਆਪਾਂ ਨਹੀਂ ਕੀਤੀ। ਪਸਰਿਓ ਸ਼ੋਕ ਦੇਸ਼ ਗਿਰ ਸਾਰੋ। ਪਰ ਉਹਦਾ ਫਲ ਵੇਖੋ ਸਾਨੂੰ ਕੀ ਮਿਲਿਆ। ਸਾਡੀਆਂ ਸਾਰੀਆਂ ਪਹਾੜੀ ਰਿਆਸਤਾਂ ਦੇ ਵਿੱਚ ਘਰ ਘਰ ਵਿੱਚ ਸ਼ੋਕ ਦੀ ਲਹਿਰ ਦੌੜ ਰਹੀ ਹੈ। ਅਨੇਕਾਂ ਇਸਤਰੀਆਂ ਵਿਧਵਾ ਹੋ ਗਈਆਂ ਨੇ, ਜਿਹੜੀਆਂ ਦੁਹੱਥੜੇ ਮਾਰ ਕੇ ਸਾਡੀ ਜਾਨ ਨੂੰ ਰੋ ਰਹੀਆਂ ਹਨ। ਪ੍ਰਥਮ ਕਰਨ ਜੋ ਚਈਤ ਤੀਨ। ਜਿਹੜੇ ਤਿੰਨ ਉਪਾਅ ਸਾਨੂੰ ਪਹਿਲਾਂ ਕਰਨੇ ਚਾਹੀਦੇ ਸੀ, ਸ਼ਾਮ ਦਾਮ ਤੇ ਭੇਦ, ਉਹ ਆਪਾਂ ਕੀਤੇ ਹੀ ਨਹੀਂ। ਪਿਆਰ ਮੁਹੱਬਤ ਨਾਲ ਗੁਰੂ ਸਾਹਿਬ ਨਾਲ ਗੱਲਬਾਤ ਕਰਦੇ ਤੋ ਰਜਾਮੰਦ ਹੋ ਜਾਂਦੇ, ਜਾਂ ਫਿਰ ਦਾਮ ਦੇ ਕੇ, ਕੋਈ ਲਾਲਚ ਦੇ ਕੇ, ਉਹ ਵੀ ਆਪਾਂ ਯਤਨ ਨਹੀਂ ਕੀਤਾ, ਤੇ ਨਾ ਆਪਾਂ ਉਹਨਾਂ ਵਿੱਚ ਕੋਈ ਭੇਦ ਪਾ ਸਕੇ ਹਾਂ। ਆਪਾਂ ਤਾਂ ਸਿੱਧਾ ਦੰਡ ਦੇਣ ਨੂੰ ਹੀ ਹਾਵੀ ਹੋ ਗਏ। ਵੇਖੋ ਉਹਦਾ ਸਾਡਾ ਕਿੱਡਾ ਵੱਡਾ ਨੁਕਸਾਨ ਹੋਇਆ। ਪਹਿਲੇ ਤਿੰਨ ਉਪਾਅ ਆਪਾਂ ਨਹੀਂ ਕੀਤੇ ਜੋ ਸਾਨੂੰ ਕਰਨੇ ਚਾਹੀਦੇ ਸਨ। ਸੋ ਅਬ ਕਰੋ ਵਿਚਾਰ ਪ੍ਰਵੀਨ। ਐ ਪ੍ਰਵੀਨੋ ਸਿਆਣਿਓ, ਹੁਣ ਤੁਸੀਂ ਇਸ ਗੱਲ ਦੀ ਵਿਚਾਰ ਕਰੋ। ਦੰਡ ਉਪਾਏ ਤਿਆਗ ਕਰ ਅਬੇ। ਕਿ ਹੁਣ ਆਪਾਂ ਜਿਹੜਾ ਦੰਡ ਵਾਲਾ ਉਪਾਅ ਹੈ ਇਹਨੂੰ ਤਿਆਗੀਏ, ਕਿ ਆਪਣਾ ਦੰਡ ਵਾਲਾ ਜਿਹੜਾ ਕੰਮ ਹੈ ਇਹ ਨਹੀਂ ਚੱਲਣਾ ਖਾਲਸੇ ਦੇ ਉੱਤੇ। ਸ਼ਾਮ ਆਦ ਕੋ ਕਰੀਏ ਸਬੇ। ਜਾਂ ਸ਼ਾਮ ਦਾਮ ਤੇ ਭੇਦ ਇਹਨਾਂ ਵਿੱਚੋਂ ਕੋਈ ਉਪਾਅ ਹੁੰਦਾ ਹੈ ਤਾਂ ਉਸ ਉਪਾਅ ਨਾਲ ਆਪਾਂ ਇਹਨਾਂ ਦੇ ਨਾਲ ਕੋਈ ਸਾਂਝ ਪਾਈਏ ਗੁਰੂ ਜੀ ਦੇ ਨਾਲ। ਦੰਡ ਵਾਲਾ ਕੰਮ ਤਾਂ ਨਹੀਂ ਹੋਣਾ ਆਪਣੇ ਕੋਲੋਂ, ਕਿਉਂਕਿ ਤਿੰਨ ਛੱਡ ਕੇ ਪਹਿਲਾਂ ਸਿੱਧਾ ਆਪਾਂ ਦੰਡ ਅਪਣਾਇਆ, ਉਹਦਾ ਵੇਖੋ ਆਪਣਾ ਕਿੰਨਾ ਨੁਕਸਾਨ ਹੋਇਆ। ਹੁਣ ਅੱਗੇ ਅਸੀਂ ਲੜਨ ਜੋਗੇ ਨਹੀਂ ਰਹਿ ਗਏ ਇਹਨਾਂ ਦੇ ਨਾਲ। ਜੇ ਕੋਈ ਹੋਰ ਉਪਾਅ ਹੋ ਸਕਦਾ ਹੁਣ ਸ਼ਾਮ ਆਦਿਕ ਦਾ, ਉਹ ਕੀਤਾ ਜਾ ਸਕਦਾ ਤਾਂ ਕਰ ਲਵੋ। ਇਤੋ ਜੁੱਧ ਕਰ ਕ੍ਰੋਧ ਵਿਰੋਧੇ। ਕ੍ਰੋਧ ਕਰਕੇ ਵਿਰੋਧ ਪਾ ਲਿਆ, ਅਸੀਂ ਗੁਰੂ ਜੀ ਦੇ ਨਾਲ ਦੁਸ਼ਮਣੀ ਪਾ ਲਈ। ਜੋ ਦਿਸ਼ ਤੇ ਆਨੰਦਪੁਰ ਰੁੱਦੇ। ਸ੍ਰੀ ਆਨੰਦਪੁਰ ਸਾਹਿਬ ਨੂੰ ਆਪਾਂ ਚਾਰੇ ਪਾਸਿਆਂ ਤੋਂ ਰੋਕਿਆ ਹੈ। ਗੁਰ ਗੋਬਿੰਦ ਸਿੰਘ ਕੋ ਨੇ ਚਿੰਤਾ। ਪਰ ਕਿੱਡੀ ਹੈਰਾਨੀ ਦੀ ਬਾਤ, ਆਪਾਂ ਜੋ ਸੋਚਿਆ ਸੀ ਵੀ ਚਾਰੇ ਪਾਸੋਂ ਘੇਰਾ ਪਾਵਾਂਗੇ ਆਨੰਦਪੁਰ ਸਾਹਿਬ ਨੂੰ ਤੇ ਅੰਦਰ ਤੰਗ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਾਂ ਕੋਈ ਚਿੰਤਾ ਹੀ ਨਹੀਂ ਸੀ। ਉਹਨਾਂ ਨੂੰ ਤਾਂ ਕੋਈ ਫਿਕਰ ਨਹੀਂ, ਅਸੀਂ ਚਾਰੇ ਪਾਸੇ ਘੇਰਾ ਪਾ ਕੇ ਬੈਠੇ ਰਹੇ। ਆਨ ਮਿਲੇ ਸਿੱਖ ਬੌਰ ਬੇਅੰਤਾ। ਅਸੀਂ ਘੇਰਾ ਪਾ ਕੇ ਬੈਠੇ ਰਹੇ ਵੀ ਕੋਈ ਅੰਦਰੋਂ ਬਾਹਰ ਨਾ ਜਾਵੇ ਤੇ ਬਾਹਰੋਂ ਕੋਈ ਅੰਦਰ ਨਾ ਜਾਵੇ। ਪਰ ਹੈਰਾਨੀ ਹੈ, ਫਿਰ ਵੀ ਪਤਾ ਨਹੀਂ ਉਹਨਾਂ ਦੇ ਸਿੱਖ ਕਿੱਧਰੋਂ ਉਹਨਾਂ ਦੇ ਕੋਲ ਅੰਦਰ ਪਹੁੰਚ ਗਏ। ਫਿਰ ਵੀ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਉਹਨਾਂ ਨੂੰ ਜਾ ਮਿਲੇ। ਨਹਿਨ ਚਮੂ ਕੀ ਚਾਹੇ ਵਿਸਾਲਾ। ਗੁਰੂ ਜੀ ਨੂੰ ਫੌਜ ਦੀ ਤਾਂ ਇੱਛਾ ਹੀ ਨਹੀਂ ਹੈ, ਉਹ ਤਾਂ ਸਿਪਾਹੀਆਂ ਦੀ ਬਹੁਤੀ ਕਾਂਖਾ ਨਹੀਂ ਰੱਖਦੇ ਕਿ ਸਾਡੇ ਕੋਲ ਸੈਨਾ ਹੋਵੇ। ਬਿਨਾ ਹਕਾਰੇ ਆਵਤ ਜਾਲਾ। ਬਿਨਾ ਬੁਲਾਇਆ ਉਹਨਾਂ ਕੋਲੋਂ ਮੁੱਲ ਖਰੀਦੇ ਨੌਕਰ ਉਹਨਾਂ ਦੇ ਕੋਲ ਆ ਜਾਂਦੇ ਐ, ਮੁੱਲ ਖਰੀਦੇ ਉਹਨਾਂ ਦੇ ਸੇਵਕ ਉਹਨਾਂ ਦੇ ਕੋਲ ਪਹੁੰਚ ਜਾਂਦੇ, ਤੇ ਇਹੋ ਜਿਹੇ ਜਿਹੜੇ ਮਰਨ ਤੋਂ ਨਹੀਂ ਡਰਦੇ, ਭੈ ਭੀਤ ਨਹੀਂ ਹੁੰਦੇ। ਔਰ ਦਰਬ ਕੀ ਕਮੀ ਨ ਕਬੋਂ। ਤੇ ਨਾ ਹੀ ਗੁਰੂ ਜੀ ਦੇ ਕੋਲ ਪੈਸੇ ਦੀ ਕੋਈ ਕਮੀ ਹੈ, ਧਨ ਦੀ ਵੀ ਉਹਨਾਂ ਦੇ ਕੋਲ ਕੋਈ ਕਮੀ ਨਹੀਂ। ਕਿਉਂ ਦਿਸ਼ ਤੇ ਆਨੇ ਸਿੱਖ ਸਭੋਂ। ਚਾਰਾਂ ਦਿਸ਼ਾਵਾਂ ਤੋਂ ਸਿੱਖ ਉਹਨਾਂ ਦੇ ਕੋਲ ਬੇਅੰਤ ਪੈਸਾ ਲੈ ਕੇ ਆਉਂਦੇ ਨੇ, ਧਨ ਲੈ ਕੇ ਆਉਂਦੇ ਨੇ। ਧਨ ਤਾਂ ਉਹਨਾਂ ਦੇ ਕੋਲ ਕਮੀ ਕੋਈ ਨਹੀਂ ਰੱਖਦਾ। ਰਹੀ ਲੜਾਈ ਲੱਖੋਂ ਕਨੇਰੀ। ਤੇ ਸਾਡੀ ਜਿਹੜੀ ਇੱਥੇ ਲੜਾਈ ਹੋਈ ਆ ਉਹਨਾਂ ਦੇ ਨਾਲ, ਨੈ ਕਾਇਲ ਹੋਇਸ ਕਿਸ ਬੇਰੀ। ਗੁਰੂ ਸਾਹਿਬ ਜੀ ਨੂੰ ਅਸੀਂ ਰੰਚਕ ਭਰ ਵੀ ਕਾਇਲ ਨਹੀਂ ਕਰ, ਕਾਇਲ ਦਾ ਮਤਲਬ ਦੁਖੀ ਨਹੀਂ ਕਰ ਸਕੇ। ਸਾਡੀ ਇੰਨੀ ਲੜਾਈ ਦੇ ਬਾਵਜੂਦ ਮਹੀਨੇ ਤੋਂ ਵੱਧ ਅਸੀਂ ਉਹਨਾਂ ਨੂੰ ਆਲੇ ਦੁਆਲਿਓਂ ਘੇਰਾ ਪਾਈ ਰੱਖਿਆ। ਗੁਰੂ ਜੀ ਨੂੰ ਮਾੜਾ ਮੋਟਾ ਵੀ ਸੇਕ ਨਹੀਂ ਦੇ ਸਕੇ ਅਸੀਂ।
ਰੰਚਕ ਭਰ ਵੀ ਅਸੀਂ ਉਹਨਾਂ ਨੂੰ ਦੁਖੀ ਨਹੀਂ ਕਰ ਸਕੇ। ਨਿਤ ਉਤਸਾਹ ਅਧਿਕ ਬਿਰਧਾਵਾ। ਸਗੋਂ ਦਿਨ ਪ੍ਰਤੀ ਦਿਨ ਉਹਨਾਂ ਦਾ ਉਤਸ਼ਾਹ ਹੋਰ ਵੱਧਦਾ ਚੱਲਿਆ ਜਾਂਦਾ ਹੈ। ਜਿਹੜੇ ਉਤਸ਼ਾਹ ਨਾਲ ਉਹ ਪਹਿਲੇ ਦਿਨ ਲੜਦੇ ਨੇ, ਅਗਲੇ ਦਿਨ ਹੋਰ ਦੂਣੇ ਉਤਸ਼ਾਹ ਨਾਲ ਲੜਨ ਆ ਜਾਂਦੇ ਨੇ, ਉਸ ਤੋਂ ਅਗਲੇ ਦਿਨ ਹੋਰ ਦੂਣੇ ਉਤਸ਼ਾਹ ਨਾਲ ਲੜਨ ਆ ਜਾਂਦੇ ਨੇ। ਇਹੋ ਜਿਹਾ ਉਤਸ਼ਾਹ ਉਹਨਾਂ ਦੇ ਅੰਦਰ ਹੈ ਲੜਨ ਦਾ। ਕਿਮ ਆਨੰਦਪੁਰ ਚੋਂ ਛੁਟਾਵਾ। ਆ ਹੁਣ ਅਸੀਂ ਕਿਵੇਂ ਆਨੰਦਪੁਰ ਸਾਹਿਬ ਉਹਨਾਂ ਕੋਲੋਂ ਛੁਡਾਈਏ? ਉਹ ਤਾਂ ਜੰਗ ਕੀਤਿਆਂ ਵੀ ਕਾਇਲ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ। ਪਾਤਸ਼ਾਹ ਕੀ ਲਾਖੋਂ ਅਨੀ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ। 22 ਲੱਖ ਫੌਜ ਦਾ ਮਾਲਕ ਹੈ ਔਰੰਗਜ਼ੇਬ। ਕਿਤ ਕਿਤ ਤੇ ਮਿਲ ਆਵੇ ਕਨੀ। ਤੇ ਜੇ ਔਰੰਗਜ਼ੇਬ ਦੀ ਪਾਤਸ਼ਾਹੀ ਫੌਜ ਇਕੱਠੀ ਹੋ ਕੇ ਇੱਥੇ ਆ ਜਾਵੇ ਚਾਰੇ ਪਾਸਿਓਂ, ਭੀਮ ਵਿਸਾਲਾ ਤੋਪ ਸੰਭੂਆ। ਉਹਨਾਂ ਕੋਲ ਲੜਨ ਦਾ ਸੁਭਾਵ ਬਹੁਤ ਹੈ। ਬੜੀਆਂ ਬੜੀਆਂ ਭਿਆਨਕ ਤੋਪਾਂ ਨੇ, ਜੰਬੂਰ ਹਨ। ਕੀਰ ਚੌਂ ਦਿਸ਼ ਕਾਲੇ ਹੂਹਾ। ਉਹ ਚਾਰੇ ਪਾਸਿਓਂ ਆ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਹੱਲਾ ਕਰਨ। ਤਿਨ ਕੇ ਸੰਗ ਪੀ ਲੜਤ ਨਹਾਰੇ। ਗੁਰੂ ਜੀ ਇਹੋ ਜਿਹੇ ਬਲੀ ਨੇ ਕਿ ਉਹਨਾਂ ਨਾਲ ਵੀ ਲੜਦਿਆਂ ਨਾ ਹਾਰਨ, ਉਹਨਾਂ ਨਾਲ ਵੀ ਲੜਦਿਆਂ ਇਹ ਨਾ ਹਾਰਨ। ਇਹੋ ਜਿਹੇ ਬਲੀ ਹਨ। ਅਨਿਕ ਸਿੰਘ ਰਣ ਕਰ ਮਰ ਮਾਰੇ। ਇਹਨਾਂ ਦੇ ਅਨੇਕਾਂ ਸਿੰਘ ਜੰਗ ਦੇ ਮੈਦਾਨ 'ਚ ਜੰਗ ਕਰਕੇ ਮਰਦੇ ਨੇ ਜਾਂ ਮਾਰਦੇ ਹਨ। ਅੰਨ ਆਦ ਜੇ ਹੋਏ ਨਾ ਪ੍ਰਵੇਸ਼ਨ। ਜੇ ਅੰਨ ਆਦ ਇਹਨਾਂ ਦੇ ਕਿਲੇ ਦੇ ਵਿੱਚ ਪ੍ਰਵੇਸ਼ ਨਾ ਕਰੇ, ਇਹਨਾਂ ਦੇ ਕਿਲੇ ਦੇ ਵਿੱਚ ਅੰਨ, ਰਸਤ ਬਸ ਜਾਂ ਘੋੜਿਆਂ ਵਾਸਤੇ ਘਾਹ ਪੱਠਾ ਬਾਹਰੋਂ ਨਾ ਜਾਵੇ, ਦਿੜ ਕੇਰਾ ਕਾਲੇ ਅਵਿਸ਼ੇਸ਼ਨ। ਕੋਈ ਪੱਕੇ ਤਰੀਕੇ ਦੇ ਨਾਲ ਚਾਰੇ ਪਾਸਿਓਂ ਘੇਰਾ ਪਾ ਲਿਆ ਜਾਵੇ, ਕੋਈ ਸ਼ੈ ਬਾਹਰ ਨਾ ਆਵੇ, ਅੰਦਰੋਂ ਕੋਈ ਬਾਹਰੋਂ ਕੋਈ ਅੰਦਰ ਨਾ ਜਾਵੇ। ਕਈ ਮਾਸ ਮੈਂ ਕਾਇਲ ਹੋਏ। ਤਾਂ ਕਈ ਮਹੀਨੇ ਲੱਗ ਜਾਣ ਤਾਂ ਕਿਤੇ ਇਹਨਾਂ ਨੂੰ ਪਰੇਸ਼ਾਨੀ ਹੋਣੀ ਹੈ। ਕਈ ਮਹੀਨਿਆਂ ਦਾ ਘੇਰਾ ਹੋਵੇ ਤਾਂ ਜਾ ਕੇ ਕਾਇਲ ਹੋਣਗੇ, ਦੁਖੀ ਹੋਣਗੇ ਅੰਦਰ ਬੈਠੇ। ਤੋ ਆਨੰਦਪੁਰ ਤਿਆਗੇ ਸੋਏ। ਫਿਰ ਇਹ ਆਨੰਦਪੁਰ ਸਾਹਿਬ ਨੂੰ ਛੱਡ ਸਕਦੇ ਨੇ, ਆਨੰਦਪੁਰ ਸਾਹਿਬ ਨੂੰ ਤਿਆਗ ਸਕਦੇ ਹਨ। ਬਿਨਾ ਸ਼ਾਹ ਕੀ ਸੈਨ ਕਨੇਰੀ। ਬਾਦਸ਼ਾਹ ਦੀ ਫੌਜ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ ਹੋ ਸਕਦੀ। ਆਪਾਂ ਇੰਨਾ ਲੰਮਾ ਸਮਾਂ ਘੇਰਾ ਨਹੀਂ ਪਾ ਸਕਦੇ। ਘੇਰਾਬੰਦੀ ਵਾਸਤੇ ਤਾਂ ਸਾਨੂੰ ਬਾਦਸ਼ਾਹੀ ਫੌਜ ਦੀ ਮਦਦ ਦੀ ਲੋੜ ਪਵੇਗੀ। ਨੈ ਸਰ ਹੋਏ ਭਲੇ ਮਹਿਰੀ। ਮੈਂ ਚੰਗੀ ਤਰ੍ਹਾਂ ਵੇਖ ਲਿਆ, ਪਰਖ ਲਿਆ ਕਿ ਏਦਾਂ ਗੁਰੂ ਜੀ ਦੀ ਨਗਰੀ ਨੂੰ ਅਸੀਂ ਸਰ ਨਹੀਂ ਕਰ ਸਕਦੇ। ਆਨੰਦਪੁਰ ਸਾਹਿਬ ਨੂੰ ਏਦਾਂ ਨਹੀਂ ਅਸੀਂ ਜਿੱਤ ਸਕਦੇ ਜੇ ਆਪਣਾ ਯਤਨ ਲਾਈਏ। ਹਾਂ, ਜੇ ਬਾਦਸ਼ਾਹ ਦੀ ਮਦਦ ਮਿਲ ਜਾਏ, ਬਾਦਸ਼ਾਹ ਦੀਆਂ ਫੌਜਾਂ ਆ ਕੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸੋਂ ਘੇਰਾ ਪਾ ਲੈਣ, ਤੇ ਘੇਰਾ ਪਾਇਆ ਕਈ ਮਹੀਨੇ ਬੀਤ ਜਾਣੇ, ਨਹੀਂ ਵੀ 1-2 ਮਹੀਨੇ, ਕਈ ਮਹੀਨੇ ਬੀਤ ਜਾਣ ਤਾਂ ਜਾ ਕੇ ਗੁਰੂ ਜੀ ਅੰਦਰ ਬੈਠੇ ਦੁਖੀ ਹੋਣਗੇ, ਆਨੰਦਪੁਰ ਸਾਹਿਬ ਛੱਡ ਕੇ ਜਾ ਸਕਦੇ ਨੇ, ਤੇ ਫਿਰ ਅਸੀਂ ਆਨੰਦਪੁਰ ਸਾਹਿਬ ਨੂੰ ਜਿੱਤ ਸਕਦੇ ਹਾਂ। ਹੋਰ ਕੋਈ ਤਰੀਕਾ ਸਾਨੂੰ ਨਜ਼ਰ ਨਹੀਂ ਆਉਂਦਾ। ਅਬ ਤੋ ਹਟਨ ਜੰਗ ਤੇ ਜੋਗ। ਭੀਮ ਚੰਦ ਕਹਿੰਦਾ ਹੁਣ ਆਪਾਂ ਨੂੰ ਜੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਜੰਗ ਕੀਤਿਆਂ ਲੜਿਆਂ ਇਹਨਾਂ ਦੇ ਕੋਲੋਂ ਅਸੀਂ ਜਿੱਤ ਸਕਦੇ ਹੀ ਨਹੀਂ, ਆਪਣਾ ਹੀ ਨੁਕਸਾਨ ਕਰਾਵਾਂਗੇ। ਕੇਸਰੀ ਚੰਦ ਮਾਰਿਆ ਗਿਆ, ਜਮਤੁੱਲਾ ਭਾਊ ਕਿੱਡੇ ਕਿੱਡੇ ਸਿਪਾਹੀ ਸਲਾਰ ਸਾਡੇ ਮਾਰੇ ਗਏ ਨੇ। ਅੱਜ ਕਟੋਚੀਆ ਮਰਦਾ ਮਰਦਾ ਬਚਿਆ ਹੈ। ਕੱਲ ਨੂੰ ਜੇ ਰਾਜਾ ਗੋਪਾਲ ਚੰਦ ਜੀ ਤੁਸੀਂ ਜਾਓਗੇ ਅੱਗੇ, ਖਬਰੇ ਕੱਲ ਨੂੰ ਤੁਹਾਡਾ ਸੋਹਿਲਾ ਪੜ ਦੇਣੋ। ਇਸ ਕਰਕੇ ਚੰਗੀ ਬਾਤ ਇਹ ਹੈ ਵੀ ਆਪਾਂ ਨੂੰ ਲੜਾਈ ਤੋਂ ਟਾਲਾ ਵੱਟ ਕੇ ਜਲੇ ਜਾਣਾ ਚਾਹੀਦਾ ਹੈ। ਆਪਣੇ ਵਾਸਤੇ ਹੁਣ ਯੋਗ ਨਹੀਂ ਕਿ ਆਪਾਂ ਲੜੀਏ। ਮਰੇ ਬ੍ਰਿੰਦਈ ਕਾਇਲ ਲੋਗ। ਕਿਉਂਕਿ ਸਾਡੇ ਬਹੁਤ ਬੰਦੇ ਮਰ ਚੁੱਕੇ ਨੇ, ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕੇ ਨੇ। ਜਿਹੜੀ ਫੌਜ ਰਹਿ ਗਈ ਹੈ ਉਹ ਲੜਨ ਦੇ ਹਾਲਾਤ ਵਿੱਚ ਨਹੀਂ ਹੈ। ਉਹ ਤਾਂ ਇਦਾਂ ਹੋਵੇਗਾ ਵੀ ਜਿਹੜੇ ਹਾਰੇ ਜ਼ਖਮੀ ਟੁੱਟੇ ਹੋਏ ਸਾਡੇ ਯੋਧੇ ਨੇ, ਉਹਨਾਂ ਨੂੰ ਖੂਹ ਦੇ ਵਿੱਚ ਅੱਗੇ ਧੱਕਾ ਮਾਰਨਾ ਜੇ ਜੰਗ 'ਚ ਪ੍ਰੇਰ ਕੇ ਲਿਜਾਣਾ ਹੈ। ਇਸ ਕਰਕੇ ਹੁਣ ਯੋਗ ਨਹੀਂ, ਲੜਨ ਦੀ ਸਾਡੇ ਕੋਲ ਸਮਰੱਥਾ ਨਹੀਂ ਰਹੀ। ਸ਼੍ਰਮਤ ਸੁਪੂਰਨ ਸੈਨ ਬਿਸਾਲਾ। ਸਾਡੀ ਸਾਰੀ ਸੈਨਾ ਥੱਕ ਚੁੱਕੀ ਹੈ,
ਬਹੁਤ ਜ਼ਿਆਦਾ ਥਕੇਵੇਂ ਸਹਿਤ ਹੈ, ਕਿਉਂਕਿ ਮਹੀਨੇ ਭਰ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਮੁਹਿੰਮ ਤੇ ਆਇਆ ਲੜਦਿਆਂ। ਲੜਤੇ ਹੋ ਬੀਤ ਗਏ ਚਿਰ ਕਾਲਾ। ਇੰਨਾ ਲੰਮਾ ਸਮਾਂ ਸਾਨੂੰ ਇੱਥੇ ਲੜਦਿਆਂ ਬੀਤ ਗਿਆ। ਟਾਈਮ ਸਿਰ ਕਿਸੇ ਨੂੰ ਖਾਣਾ ਨਹੀਂ ਮਿਲਦਾ, ਟਾਈਮ ਸਿਰ ਸੌਣਾ ਨਹੀਂ ਮਿਲਦਾ, ਸਿਪਾਹੀ ਸਾਡੇ ਬਿਮਾਰ ਹੋ ਰਹੇ ਹਨ। ਹੰਡੂਰੀ ਅਰ ਚੰਦ ਕਮੰਡ। ਲਾਗੇ ਹੰਡੂਰੀਆ ਉਸ ਵੇਲੇ ਬੋਲਿਆ, ਨਾਲ ਹੀ ਘਮੰਡ ਚੰਦ ਬੋਲਿਆ। ਕਾਇਲ ਪਰੇ ਵੀਰ ਬਰਬੰਡ। ਕਹਿੰਦਾ ਜੀ ਵੇਖੋ ਵੇ ਸਾਡਾ ਏਡਾ ਵੱਡਾ ਯੋਧਾ ਸੀ ਘਮੰਡ ਚੰਦ, ਜਿਹਦੇ ਤੇ ਸਾਨੂੰ ਕੱਲ ਬੜਾ ਮਾਣ ਸੀ, ਪਰ ਅੱਜ ਸਾਡਾ ਮਾਣ ਟੁੱਟ ਗਿਆ। ਕਿਉਂ? ਕਿਉਂਕਿ ਇਹ ਵੀ ਜ਼ਖਮੀ ਹਾਲਤ ਦੇ ਵਿੱਚ ਪਿਆ ਹੋਇਆ ਹੈ। ਕੌਣ ਅਗਰਣੀ ਹੋਏ ਅਬ ਲਰੇ। ਹੁਣ ਕੌਣ ਲੜੇਗਾ ਅੱਗੇ ਹੋ ਕੇ? ਗੋਪਾਲ ਚੰਦ ਜੀ ਤੁਸੀਂ ਜਾਓਗੇ ਅੱਗੇ, ਰਾਜਾ ਹੰਡੂਰੀਆ ਜੀ ਤੁਸੀਂ ਜਾਓਗੇ ਅੱਗੇ ਕੱਲ ਨੂੰ ਲੜਨ। ਦੱਸੋ ਤੁਹਾਡੇ ਚ ਹੁਣ ਕਿਹੜਾ ਅਗਰਣੀ ਹੋ ਕੇ ਲੜਨ ਜੋਗਾ ਹੈ? ਤਉ ਲਖੋ ਕਾਰਜ ਨੇ ਸਰੇ। ਜੇ ਤੁਸੀਂ ਅੱਗੇ ਜਾ ਕੇ ਲੜਨ ਜੋਗੇ ਹੋ ਵੀ, ਤੁਸੀਂ ਜੇ ਆਗੂ ਬਣ ਕੇ ਅੱਗੇ ਲੜਨ ਜਾਓਗੇ ਵੀ ਤੇ ਕੰਮ ਫਿਰ ਨਹੀਂ ਸਵਰਨਾ, ਫਿਰ ਵੀ ਤੁਹਾਡੇ ਚ 2-4 ਮਰ ਕੇ ਹੀ ਆਉਣਗੇ ਰਾਜੇ। ਇਹਦੇ ਨਾਲੋਂ ਚੰਗਾ ਹੈ ਵੀ ਆਪਾਂ ਇਹ ਲੜਾਈ ਦਾ ਖਹਿੜਾ ਛੱਡ ਕੇ ਤੇ ਇੱਥੋਂ ਆਪਣੇ ਮੂੰਹ ਮੋੜੀਏ ਤੇ ਆਪਣੀਆਂ ਰਿਆਸਤਾਂ ਨੂੰ ਪਰਤੀਏ, ਆਪਣੇ ਸਿਪਾਹੀ ਸੰਭਾਲੀਏ, ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕਰੀਏ। ਗਵਾਲੇਰੀ ਅਰ ਮੰਡਸਪਤੀ। ਜਦੋਂ ਰਾਜੇ ਭੀਮ ਚੰਦ ਨੇ ਗੱਲ ਕਹੀ ਤੇ ਰਾਜਾ ਗਵਾਲੇਰੀਆ, ਇਸੇ ਤਰ੍ਹਾਂ ਰਾਜਾ ਮੰਡੀ ਦਾ ਜਿਹੜਾ ਸੀ ਉਹ ਕੋਲ ਬੈਠਾ ਸੁਣਦਾ ਸੀ। ਕਰ ਵਿਚਾਰ ਬੋਲੇ ਬੜਮਤੀ। ਉਹ ਬੜੇ ਸਿਆਣਾ ਸੀ ਰਾਜਾ ਮੰਡੀ ਦਾ। ਉਹ ਬੋਲੇ ਕਹਿਣ ਲੱਗੇ ਰਾਜੇ ਭੀਮ ਚੰਦ ਨੂੰ, ਨਾਹਕ ਜੋਦਾ ਲੜ ਮਰਵਾਏ। ਕਹਿੰਦਾ ਰਾਜਾ ਭੀਮ ਚੰਦ ਬਿਨਾਂ ਗੱਲ ਤੋਂ ਹੀ, ਮੈਂ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਕਹਿ ਰਿਹਾ ਸੀ ਵੀ ਇੱਥੋਂ ਨਹੀਂ ਤੁਹਾਨੂੰ ਕੁਝ ਹਾਸਲ ਹੋਣਾ ਲੜ ਕੇ। ਨਿਮਰਤਾ ਸਹਿਤ ਆਜੋ, ਝੁਕ ਕੇ ਤੇ ਨਿਆਮਤਾਂ ਲਿਜਾ ਸਕਦੇ, ਇੱਥੋਂ ਬਰਕਤਾਂ ਲਿਜਾ ਸਕਦੇ। ਹਿੰਦੁਸਤਾਨ ਦੀਆਂ ਪਾਤਸ਼ਾਹੀਆਂ ਦੇਣ ਦੀ ਸਮਰੱਥਾ ਕਲਗੀਧਰ ਸਵਾਮੀ ਦੇ ਕੋਲ। ਜੇ ਝੁਕ ਕੇ ਆ ਕੇ ਲੈ ਜਾਓ ਤੇ ਬਹੁਤ ਕੁਝ ਲਿਜਾ ਸਕਦੇ ਹੋ, ਪਰ ਜੇ ਤੁਸੀਂ ਆਖੋ ਵੀ ਲੜ ਕੇ ਅੜ ਕੇ ਕੁਝ ਹਾਸਲ ਕਰਾਂਗੇ, ਫਿਰ ਤਾਂ ਮੂੰਹ ਦੀਆਂ ਖਾਣੀਆਂ ਪੈਣਗੀਆਂ, ਦੰਦ ਤੁੜਾਣੇ ਪੈਣਗੇ। ਵੇਖ ਲਓ ਕਿੰਨੇ ਯੋਧੇ ਤੁਸੀਂ ਆਪਣੇ ਮਰਵਾ ਚੁੱਕੇ ਹੋ। ਖਰਚੇ ਉਦਰ ਬੰਦਰਪਨ ਸਮੁਦਾਏ। ਸਾਰੇ ਰਾਜਿਆਂ ਨੇ ਹਜ਼ਾਰਾਂ ਰੁਪਈਆ, ਲੱਖਾਂ ਰੁਪਈਆ ਖਰਚ ਦਿੱਤਾ, ਜਿਹੜਾ ਕਿਸੇ ਕੰਮ ਨਹੀਂ ਆਇਆ। ਭਇਓ ਬੇਅਰਥ ਕੋ ਕਾਜ ਨ ਸਰਿਓ। ਲੱਖਾਂ ਰੁਪਈਆ ਜਿਹੜਾ ਅਸੀਂ ਆਪਣੀ ਰਿਆਸਤ ਦੇ ਭਲੇ ਵਾਸਤੇ ਖਰਚ ਸਕਦੇ ਸੀ, ਲੋਕਾਂ ਦੇ ਭਲੇ ਵਾਸਤੇ ਖਰਚ ਸਕਦੇ ਸੀ, ਉਹ ਅਸੀਂ ਆਪਣੀਆਂ ਆਪ ਹੁਦਰੀਆਂ ਪਿੱਛੇ ਗਵਾ ਲਿਆ, ਜਿਹਦੇ ਨਾਲ ਸਾਡਾ ਕੋਈ ਵੀ ਕੰਮ ਨਹੀਂ ਸਬਰ ਸਕਿਆ। ਤੈਸੇ ਚੰਦ ਕੇਸਰੀ ਮਰਿਓ। ਵੇਖੋ ਰਾਜਾ ਕੇਸਰੀ ਚੰਦ ਵੀ ਇਹੀ ਜਿੱਦ ਕਰਕੇ ਮਰ ਗਿਆ। ਹਟਨੋ ਉਚਿਤ ਵਿਚਾਰੀ ਨੀਕੇ। ਇਹ ਗੱਲ ਤੁਸੀਂ ਬੜੀ ਸਹੀ ਕਹੀ ਆ ਭੀਮ ਚੰਦ। ਤੁਸੀਂ ਇਸ ਭਾਵੇਂ ਦੇਰ ਨਾਲ ਇਹ ਫੈਸਲਾ ਲਿਆ, ਪਰ ਦੇਰ ਆਏ ਦੁਰਸਤ ਆਏ। ਤੁਸੀਂ ਚੰਗੀ ਵਿਚਾਰ ਕੀਤੀ ਹੈ ਕਿ ਹੁਣ ਵਾਪਸ ਹਟ ਜਾਣਾ ਹੀ ਚੰਗਾ ਹੈ। ਇਸ ਮੈਂ ਪਲੋ ਆਏ ਸਭ ਹੀ ਕੇ। ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਭਲਾ ਹੈ, ਇਹਦੇ 'ਚ ਤੁਹਾਡਾ ਸਾਰਿਆਂ ਦਾ ਲਾਭ ਹੈ। ਬਿਨਾ ਲੜਨ ਤੇ ਅਪਰ ਉਪਾਏ। ਕਿਉਂਕਿ ਲੜਨ ਤੋਂ ਬਿਨਾਂ ਜਿਹੜਾ ਕੋਈ ਹੋਰ ਉਪਾਅ ਹੈ, ਕਰੇ ਸਰਬ ਲੈ ਪੂਰੀ ਛੁਟਾਏ। ਉਹ ਕੋਈ ਉਪਾਅ ਵੇਖ ਲਓ, ਪਰ ਲੜ ਕੇ ਤੁਸੀਂ ਏਦਾਂ ਆਪਣਾ ਨੁਕਸਾਨ ਹੀ ਕਰਾਉਣਾ ਹੈ। ਪਾਪੀ ਪੰਮੇ ਤਬੇ ਉਚਾਰੀ। ਲਾਗੇ ਪੰਮਾ ਪੁਰੋਹਿਤ ਜੋ ਮਹਾ ਪਾਪੀ ਅਧੋਗਤੀ ਨੂੰ ਪ੍ਰਾਪਤ ਹੋਣ ਵਾਲਾ ਹੈ, ਭਾਵੇਂ ਜਾਤੀ ਕਰਕੇ ਬ੍ਰਾਹਮਣ ਸੀ ਤਦੇ ਇਹਨੂੰ ਪੰਮਾ ਪੁਰੋਹਿਤ ਕਹਿੰਦੇ ਸਨ। ਇਹ ਬੋਲਿਆ ਉਸ ਵੇਲੇ ਕੋਲੋਂ, ਕਰੋ ਨ ਚਿੰਤਾ ਹਿਰਦੇ ਮਝਾਰੀ। ਕਹਿੰਦਾ ਜੀ ਫਿਕਰ ਨਾ ਕਰੋ ਭੀਮ ਚੰਦ ਜੀ, ਤੁਸੀਂ ਆਪਣੇ ਦਿਲ ਵਿੱਚ ਏਕ ਯਤਨ ਮੈਂ ਕਰਉ ਐਸੇ। ਇੱਕ ਯਤਨ ਮੈਂ ਕਰਾਂਗਾ, ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਯਤਨ ਕਰਾਂਗਾ। ਛੋਰੇ ਆਨੰਦਪੁਰ ਸਤਿਗੁਰ ਜੈਸੇ। ਇਹ ਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾਣਗੇ। ਮੈਂ ਇਹੋ ਜਿਹਾ ਯਤਨ ਕਰਾਂਗਾ, ਪਰ ਹਾਲੇ ਉਹ ਦੱਸਣਾ ਨਹੀਂ ਮੈਂ ਕੀ ਕਰਨਾ। ਕਰਾਂਗੇ ਆਪਾਂ, ਚੱਲੀਏ ਪਹਿਲਾਂ ਇੱਥੋਂ ਵਾਪਸ, ਤੇ ਫਿਰ ਇੱਕ ਯਤਨ ਐਸਾ ਕਰਾਂਗਾ
ਜਿਹਦੇ ਨਾਲ ਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣਗੇ। ਅਬ ਸਭ ਗਮਨੋ ਨਿਜ ਨਿਜ ਦੇਸ਼, ਹੁਣ ਤੁਸੀਂ ਸਾਰੇ ਆਪੋ ਆਪਣੇ ਦੇਸ਼ਾਂ ਨੂੰ ਪਰਤ ਚੱਲੋ ਕਰ ਆਰਾਮ ਕੋ ਤਜੋ ਕਲੇਸ਼। ਔਰ ਚੱਲ ਕੇ ਆਰਾਮ ਕਰੋ ਤੇ ਆ ਜਿਹੜਾ ਕਲੇਸ਼ ਮਹੀਨੇ ਡੇਢ ਤੋਂ ਗਲ ਪਾਇਆ ਹੋਇਆ, ਇਸ ਕਲੇਸ਼ ਨੂੰ ਛੱਡ ਦਿਓ, ਤਿਆਗ ਦਿਓ। ਹੋਤ ਪ੍ਰਾਤ ਕੇ ਕਰਿਓ ਕੂਚ, ਤੇ ਕੱਲ ਪ੍ਰਾਤ ਯਾਨੀ ਕਿ ਸਵੇਰੇ ਲੋ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਇੱਥੋਂ ਕੂਚ ਕਰ ਚੱਲੋ ਨਗਾਰੇ ਵਜਾ ਕੇ। ਸਬਨ ਸੰਭਾਲੋ ਜਾਏ ਪਹੁੰਚ, ਤੇ ਸਾਰਿਆਂ ਨੂੰ ਸੰਭਾਲ ਕੇ ਲੈ ਚੱਲੋ ਵੀ ਜਿਹੜੇ ਇੱਥੇ ਰਹਿ ਗਏ ਨੇ ਟੁੱਟੇ ਭੱਜੇ ਯੋਧੇ ਜ਼ਖਮੀ ਹਾਲਤ ਵਿੱਚ, ਇਹਨਾਂ ਨੂੰ ਸੰਭਾਲ ਕੇ ਲੈ ਕੇ ਆਪਣੀਆਂ ਰਿਆਸਤਾਂ ਵਿੱਚ ਪਹੁੰਚੋ। ਇਮਈ ਮਤ ਕਮੰਡ ਚੰਦ ਮਾਨਾ, ਲਾਗੇ ਘਮੰਡ ਚੰਦ ਵੀ ਕਹਿੰਦਾ ਜੀ ਠੀਕ ਹੈ, ਜਿਹੜਾ ਇੱਕ ਦਿਨ ਪਹਿਲਾਂ ਕਹਿੰਦਾ ਸੀ ਮੈਂ ਨਹੀਂ ਮੁੜਦਾ ਪਿੱਛੇ, ਹੁਣ ਉਹ ਵੀ ਕਹਿੰਦਾ ਚਲੋ ਠੀਕ ਹੈ ਜੀ, ਹੁਣ ਤਾਂ ਮੈਂ ਵੀ ਜ਼ਖਮੀ ਹਾਂ ਜੀ। ਜ਼ਖਮ ਭਾਵੇਂ ਥੋੜਾ ਹੀ ਸੀ ਪਰ ਥੋੜੇ ਨੂੰ ਵੀ ਇਹਨੇ ਬਹੁਤਾ ਬਣਾ ਲਿਆ। ਦਰਦ ਦਾ ਪਖੰਡ ਜਿਹਾ ਕਰਕੇ ਵਿਖਾਉਂਦਾ ਵੀ ਕਿਤੇ ਨਾ ਆਖ ਦੇਣ ਵੀ ਕੱਲ ਨੂੰ ਫਿਰ ਟੁਰ ਜੀ ਲੜਨ ਵਾਸਤੇ। ਤੋ ਘਮੰਡ ਚੰਦ ਵੀ ਕਹਿੰਦਾ ਜੀ ਠੀਕ ਹੈ ਆਪਾਂ ਮੁੜ ਚੱਲੀਏ ਵਾਪਸ, ਇਹੀ ਚੰਗਾ ਹੈ। ਚੜ ਚੰਬਾਨ ਸੋ ਤਬੇ ਪਿਆਨਾ, ਘਮੰਡ ਚੰਦ ਨੂੰ ਪਾਲਕੀ 'ਚ ਬਿਠਾਇਆ, ਘੋੜੇ ਤੇ ਬਹਿਣ ਜੋਗਾ ਨਹੀਂ ਸੀ ਜ਼ਖਮੀ ਹਾਲਤ ਵਿੱਚ। ਇਹ ਚੰਪਾਨ ਕਹਿੰਦੇ ਨੇ ਪਾਲਕੀ ਨੂੰ। ਪਾਲਕੀ ਦੇ ਵਿੱਚ ਇਹਨੂੰ ਬਿਠਾ ਕੇ ਦੇ ਸਿਪਾਹੀ ਸਭ ਤੋਂ ਪਹਿਲਾਂ ਘਮੰਡ ਚੰਦ ਹੀ ਨਿਕਲਿਆ ਇੱਥੋਂ। ਕਾਇਲ ਅਪਰ ਸਕਲ ਨਿਸਮਾਈ, ਬਾਕੀ ਜਿੰਨੀ ਇਹਨਾਂ ਦੀ ਫੌਜ ਵਿੱਚ ਘਾਇਲ ਫੌਜ ਸੀ, ਜ਼ਖਮੀ ਹਾਲਤ ਵਿੱਚ ਸੂਰਮੇ ਸਨ, ਆਦ ਹੰਡੂਰੀ ਟਿਕੇ ਸੁਨਾਈ। ਉਹਨਾਂ ਸਾਰਿਆਂ ਨੂੰ ਸੰਭਾਲਿਆ। ਰਾਜਾ ਹੰਡੂਰੀਆ ਵੀ, ਹਾਲਾਂਕਿ ਕਿਹਾ ਇਹ ਗਿਆ ਸੀ ਵੀ ਕੱਲ ਨੂੰ ਸਵੇਰੇ ਚੱਲਾਂਗੇ, ਇਹ ਤਾਂ ਸਵੇਰ ਦੀ ਉਡੀਕ ਵੀ ਨਹੀਂ ਕੀਤੀ, ਇਹਨਾਂ ਨੇ ਰਾਤੋਂ ਰਾਤ ਹੀ ਦੱਬੇ ਪੈਰੀ ਨਿਕਲਣ ਲੱਗੇ ਹਨ। ਲੈ ਲੈ ਨਿਜ ਸਮਾਜ ਕੋ ਚਲੇ, ਆਪੋ ਆਪਣਾ ਸਾਜੋ ਸਮਾਨ ਸੰਭਾਲ ਕੇ ਚੱਲੇ ਹਨ। ਤਰੀ ਮੌਨ ਮੁਖ ਤੇ ਨੈ ਮਿਲੇ, ਚੁੱਪਚਾਪ ਹੀ ਚੱਲੇ ਨੇ, ਜਾਣ ਵੇਲੇ ਇੱਕ ਦੂਜੇ ਨੂੰ ਵਿਦਾਇਗੀ ਕਰਨ ਵਾਸਤੇ ਮਿਲੇ ਵੀ ਨਹੀਂ ਵੀ ਚੰਗਾ ਜੀ ਅਸੀਂ ਚੱਲੇ ਆਂ। ਏਦਾਂ ਦੱਸ ਕੇ ਨਹੀਂ ਚੱਲੇ ਰਾਜੇ ਜਿੰਨੇ ਨੇ, ਫੌਜਾਂ ਜਿੰਨੀਆਂ ਨੇ, ਬਿਨਾਂ ਗੱਲ ਦੱਸਿਆ ਹੀ ਚੋਰੀ ਛਿਪੇ ਹੀ ਨਿਕਲਣ ਲੱਗੇ ਨੇ ਵੀ ਨਿਕਲ ਚੱਲੋ ਹੁਣ ਦੱਬੇ ਪੈਰੀ, ਇਹਦੇ ਵਿੱਚ ਹੀ ਭਲਾ ਹੈ। ਜਾਮਨ ਮੈਂ ਗਮ ਨੇ ਦੁੱਖ ਲਏ, ਬੜਾ ਡਾਢਾ ਦੁੱਖ ਪ੍ਰਾਪਤ ਕਰਕੇ ਰਾਤ ਦੇ ਹਨੇਰੇ 'ਚ ਇਹਨਾਂ ਨੂੰ ਚੋਰਾਂ ਵਾਂਗੂ ਭਜਣਾ ਜਾ ਪੈ ਰਿਹਾ ਹੈ। ਕਾਇਰਾਂ ਤੇ ਗੀਦੀਆਂ ਵਾਂਗੂ ਜਾ ਰਹੇ ਨੇ, ਬੁਜਦਲਾਂ ਵਾਂਗੂ। ਬਿਕਮ ਪੰਥ ਗਿਰ ਗਨ ਕੇ ਆਏ, ਹਾਲਾਂਕਿ ਪਹਾੜੀ ਇਲਾਕਾ ਹੋਣ ਕਰਕੇ ਰਾਹ ਬੜੇ ਬਿਖਮ ਨੇ, ਰਸਤੇ ਬੜੇ ਔਖੇ ਨੇ, ਪਰ ਫਿਰ ਵੀ ਡਰਦੇ ਮਾਰੇ ਰਾਤ ਨੂੰ ਜਾਂਦੇ ਨੇ ਵੀ ਦਿਨ ਚੜ੍ਹਦਿਆਂ ਖਾਲਸਾ ਨਾ ਆ ਪਵੇ ਕਿਤੇ ਸਾਡੇ ਤੇ। ਇਸ ਭੈ ਕਰਕੇ ਡਰ ਕਰਕੇ ਰਾਤ ਦੇ ਹਨੇਰੇ 'ਚ ਟੁਰੇ ਜਾਂਦੇ ਨੇ ਰਾਜੇ ਤੇ ਉਹਨਾਂ ਦੀਆਂ ਫੌਜਾਂ। ਸਾਵਧਾਨ ਜੇ ਹੁਤੇ ਪਦਾੰਤੀ, ਜਿਹੜੇ ਪੈਦਲ ਸੂਰਮੇ ਸਨ ਉਹ ਸਾਵਧਾਨ ਹੋ ਕੇ ਜਾ ਰਹੇ ਨੇ। ਅਰ ਅਸਵਾਰ ਜੇ ਹੋਏ ਨਾ ਹਾਥੀ, ਜਿਹੜੇ ਘੋੜਿਆਂ ਤੇ ਸਵਾਰ ਹਨ ਉਹ ਵੀ ਚੱਲੇ ਨੇ ਰੁਕੇ। ਸੋ ਸਭ ਭੀਮ ਚੰਦ ਨੇ ਰਾਖੇ, ਇਧਰ ਭੀਮ ਚੰਦ ਨੇ ਜਿਹੜੀ ਕੁਝ ਫੌਜ ਨਰੋਈ ਸੀ ਉਹ ਆਪਣੇ ਕੋਲ ਪੈਦਲ ਤੇ ਘੋੜ ਸਵਾਰ ਰੱਖ ਲਏ। ਚਲੋ ਪ੍ਰਾਤ ਮੈਂ ਇਮੇ ਅਬਿਲਾਖੇ, ਭੀਮ ਚੰਦ ਨੇ ਆਖਿਆ ਵੀ ਹੁਣ ਭੀਮ ਚੰਦ ਨੇ ਇਹੀ ਕਿਹਾ ਵੀ ਆਪਾਂ ਕੱਲ ਸਵੇਰੇ ਨਿਕਲਣਾ ਛੇਤੀ ਇੱਥੋਂ। ਖਾਨ ਪਾਨ ਕਰਕੇ ਤਕ ਸੋਏ, ਇਹਦਾ ਖਾਨ ਪਾਨ ਕਰਕੇ ਰਾਤ ਨੂੰ ਸੁੱਤੇ ਹਨ। ਕੋ ਥਿਰ ਰਹੇ ਸੁਚੇਤੀ ਹੋਏ, ਕਈ ਸਾਵਧਾਨ ਹੋ ਕੇ ਪਹਿਰਾ ਦੇਂਦੇ ਰਹੇ ਸੁਚੇਤ ਹੋ ਕੇ, ਕਿਤੇ ਰਾਤ ਨੂੰ ਹਮਲਾ ਨਾ ਹੋ ਜਾਵੇ। ਤਿਮਈ ਸਿੰਘ ਲੋਹ ਗੜ ਮਾਈ, ਇਸੇ ਤਰ੍ਹਾਂ ਇਧਰ ਮਹਾਰਾਜ ਜੀ ਦੇ ਬਹਾਦਰ ਯੋਧੇ ਸਿੰਘ ਕਿਲਾ ਲੋਹਗੜ੍ਹ ਦੇ ਅੰਦਰ ਤਿਆਰ ਬਰ ਤਿਆਰ ਹਨ। ਕੇਤਕ ਸੁਪਤੇ ਕੇਤਕ ਨਾਈ, ਕਈ ਸਿੰਘ ਆਰਾਮ ਕਰਦੇ ਨੇ, ਕਈ ਜਾਗਦੇ ਰਹੇ ਹਨ। ਜਵਾਲਾ ਬਮਣੀ ਰਹੇ ਚਲਾਵਤ, ਬੰਦੂਕਾਂ ਦੀਆਂ ਗੋਲੀਆਂ ਦਾਗਦੇ ਰਹੇ ਮਹਾਰਾਜ ਜੀ ਦੇ ਯੋਧੇ ਤਿਆਰ ਬਰ ਤਿਆਰ ਹੋ ਕੇ। ਦੂਰ ਦੂਰ ਲੋ ਸ਼ਤਰੂ ਤਕਾਵਤ, ਦੂਰ ਦੂਰ ਤੱਕ ਦੁਸ਼ਮਣ ਨੂੰ ਤੱਕਦੇ ਨੇ, ਵੇਖਦੇ ਨੇ ਨਿਗਾਹ ਮਾਰ ਕੇ। ਜਬੋਂ ਦੋਏ ਘਰੀ ਨਿਸਰਈ, ਜਦੋਂ 2 ਘੜੀਆਂ ਰਾਤ ਰਹਿ ਗਈ, ਸਵੇਰ ਦਾ ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ, 2 ਘੜੀਆਂ ਰਾਤ ਰਹਿੰਦੀ ਸੀ। ਕੂਚ ਕਰਨ ਕੀ ਚਿਤ ਮੈਂ ਚਾਈ, ਭੀਮ ਚੰਦ ਨੇ ਚਿੱਤ ਚ ਚਾਹਿਆ ਵੀ ਹੁਣ ਕੂਚ ਕਰੀਏ, ਨਿਕਲ ਚੱਲੀਏ ਇੱਥੋਂ। ਸੀਨ ਤੁਰੰਗਮ ਪਰ ਤਬ ਡਾਲੇ, ਘੋੜਿਆਂ ਦੇ ਉੱਤੇ ਸਾਰਿਆਂ ਯੋਧਿਆਂ ਨੇ ਭੀਮ ਚੰਦ ਦੇ ਸਮੇਤ ਕਾਠੀਆਂ ਪਾ ਲਈਆਂ। ਜੇ ਕੁੰਚਰ ਤਿਨ ਹੋਦਾ ਕਾਲੇ, ਜਿਹੜੇ ਹਾਥੀ ਸੀ ਉਹਨਾਂ ਤੇ ਹੌਦੇ ਪਾ ਕੇ ਤਿਆਰ
ਤਿਆਰ ਕਰ ਲਏ। ਤੂਸ਼ ਨਹੀਂ ਸਭ ਕੀਨ ਸਤਿਆਰੀ। ਚੁੱਪ ਚਪੀਤੇ ਹੀ ਤਿਆਰੀ ਕੀਤੀ, ਨਗਾਰਾ ਨਹੀਂ ਵਜਾਇਆ ਕਿਸੇ ਨੇ ਕੂਚ ਦਾ ਜਾਣ ਦਾ। ਚੁੱਪ ਚਪੀਤੇ ਹੀ ਤਿਆਰੀ ਕੀਤੀ ਆ ਜਾਣ ਦੀ। ਤੰਬੂ ਸਹਿਤ ਕਨਾਤ ਉਖਾਰੀ। ਤੰਬੂ ਸਹਿਤ ਕਨਾਤਾਂ ਪੁੱਟ ਕੇ ਰੱਖ ਲਈਆਂ ਗੱਡਿਆਂ ਤੇ। ਲਾਦ ਦੀਏ ਸੋ ਪ੍ਰਥਮ ਪਿਆਨੇ। ਕਹਿੰਦੇ ਗੱਡਿਆਂ ਦੇ ਉੱਤੇ ਤੰਬੂ ਕਨਾਤਾਂ ਸ਼ਮਿਆਨੇ ਜਿੰਨੇ ਸਨ ਉਹ ਲੱਦ ਕੇ ਪਹਿਲਾਂ ਅੱਗੇ ਟੋਰ ਦਿੱਤੇ। ਗੱਡੇ ਪਹਿਲਾਂ ਅੱਗੇ ਟੋਰ ਕੇ ਫਿਰ ਬਾਅਦ ਵਿੱਚ ਆਪ ਚੱਲੇ ਹਨ। ਆਪ ਤਿਆਰ ਹੋਏ ਤੇਰੇ ਉਹ ਸਥਾਨੇ। ਔਰ ਆਪ ਤਿਆਰ ਹੋ ਕੇ ਟਿਕ ਗਿਆ ਵੀ ਪਹਿਲਾਂ ਥੋੜੇ ਜਿਹੇ ਜਿਹੜੇ ਗੱਡਿਆਂ ਵਾਲੇ ਨੇ ਅੱਗੇ ਨਿਕਲ ਜਾਣ। ਤਰਸਤ ਤੁਫੰਗੇ ਸਭ ਕਸਵਾਈ। ਡਰਦਿਆਂ ਹੋਇਆਂ ਨੇ ਬੰਦੂਕਾਂ ਤਿਆਰ ਰੱਖੀਆਂ ਗੋਲੀਆਂ ਪਾ ਕੇ। ਖਰੋ ਰਿਓ ਅਰਣੋਦੈ ਤਾਈ। ਜਦੋਂ ਤੱਕ ਲੋ ਨਹੀਂ ਲੱਗੀ ਉਦੋਂ ਤੱਕ ਇਹ ਖਲੋਤੇ ਰਹੇ ਕਿ ਲੋ ਲੱਗੇਗੀ ਫਿਰ ਚੱਲਾਂਗੇ। ਸਗਰੀ ਵਸਤ ਸੰਭਾਲ ਚਲਾਈ। ਸਾਰੀਆਂ ਵਸਤੂਆਂ ਜਿੰਨਾ ਵੀ ਸਾਜੋ ਸਮਾਨ ਸੀ ਭੀਮ ਚੰਦ ਨੇ ਇਕੱਠਾ ਕਰਵਾ ਕੇ ਟੋਰਿਆ। ਬਾਕੀ ਰਾਜੇ ਤਾਂ ਰਾਤੋਂ ਰਾਤ ਹੀ ਨਿਕਲ ਗਏ, ਭੀਮ ਚੰਦ ਦਾ ਹੀ ਡੇਰਾ ਬਾਕੀ ਰਹਿ ਗਿਆ ਸੀ। ਆਪ ਚੜਿਓ ਤੋਂ ਸਾਵਜਵਾਈ। ਜਦੋਂ ਲੋ ਲੱਗ ਗਈ ਫਿਰ ਇਹਨੇ ਵੀ ਕੂਚ ਦਾ ਨਗਾਰਾ ਮਾਰਿਆ ਤੇ ਚੱਲਣ ਲੱਗਾ। ਤਬ ਸੁਧ ਪਈ ਲੋਹਗੜ੍ਹ ਇਧਰ ਲੋਹਗੜ੍ਹ ਵਿੱਚ ਖਬਰ ਹੋਈ ਕਿ ਭੀਮ ਚੰਦ ਫੌਜਾਂ ਸਮੇਤ ਪਰਤ ਚੱਲਿਆ, ਮੁੜ ਚੱਲਿਆ। ਜਦੋਂ ਲੋ ਲੱਗੀ ਵੇਖਿਆ ਵੀ ਤਾਂ ਸਾਰੇ ਰਾਜੇ ਚਲੇ ਗਏ ਨੇ, ਭੀਮ ਚੰਦ ਦੀ ਫੌਜ ਰਹਿ ਗਈ ਆ, ਨਾਲ ਇੱਕ ਦੋ ਰਾਜੇ ਹੋਰ ਹੋਣਗੇ ਉਹਦੇ, ਤੇ ਉਹਨਾਂ ਨੂੰ ਵੀ ਜਾਂਦਿਆਂ ਵੇਖਿਆ। ਚਲੇ ਪਹਾੜੀ ਲਾਜ ਗਵਾਏ। ਆਪਣੀ ਲਾਜ ਗਵਾ ਕੇ, ਆਪਣੀ ਇੱਜ਼ਤ ਗਵਾ ਕੇ ਪਹਾੜੀਏ ਮੂੰਹ ਦੀ ਖਾ ਕੇ ਵਾਪਸ ਜਾ ਰਹੇ ਹਨ। ਤਤ ਛਿਨ ਜ਼ੀਨ ਹਯਨ ਪਰ ਡਾਲੇ। ਸਿੰਘ ਆਖਿਆ ਏਦਾਂ ਕਿਵੇਂ ਸੁੱਕੇ ਜਾਣ ਦੇ ਦਈਏ, ਇਹਨਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਵੀ ਪ੍ਰਸ਼ਾਦ ਛਕਾਉਣਾ ਚਾਹੀਦਾ ਹੈ। ਤੋ ਸਿੰਘਾਂ ਨੇ ਉਸ ਵੇਲੇ ਘੋੜਿਆਂ ਤੇ ਕਾਠੀਆਂ ਪਾ ਲੀਆਂ, ਤਿਆਰ ਕਰ ਲਈ, ਤਿਆਰੀ ਕਰ ਲਈ। ਪਏ ਅਰੂਡਨ ਤੁਪਕ ਸੰਭਾਲੇ। ਔਰ ਘੋੜਿਆਂ ਤੇ ਸਵਾਰ ਹੋ ਗਏ ਯੋਧੇ ਸਿੰਘ, ਬੰਦੂਕਾਂ ਸੰਭਾਲ ਲਈਆਂ। ਉਦੇ ਸਿੰਘ ਤੇ ਆਦਿਕ ਜੋਧਾ। ਭਾਈ ਉਦੇ ਸਿੰਘ ਆਦਿਕ ਜਿਹੜੇ ਯੋਧੇ ਸਨ ਸਭ ਆ ਗਏ ਕਿਲੇ ਲੋਹਗੜ੍ਹ ਚੋਂ ਬਾਹਰ ਨਿਕਲ ਕੇ। ਸਾਹਿਬ ਸਿੰਘ ਹਿੰਮਤ ਸਿੰਘ ਕਰੋਧਾ। ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਬੜੇ ਵੀਰ ਰਸ ਵਿੱਚ ਆਏ ਨੇ ਵੀ ਇਹ ਪਹਾੜੀਏ ਚੱਲੇ ਨੇ, ਏਦਾਂ ਸੁਰਖਰੂ ਕਿਵੇਂ ਨਿਕਲ ਜਾਣੇ ਜਾਂਦੇ ਜਾਂਦੇ। ਇਹਨਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਵੀ ਚਾਟਾ ਛਕਾ ਕੇ ਭੇਜੀਏ। ਮੋਕਮ ਸਿੰਘ ਤਵਾਇਓ ਕੋਰਾ। ਭਾਈ ਮੋਹਕਮ ਸਿੰਘ ਨੇ ਵੀ ਆਪਣਾ ਘੋੜਾ ਤੇਜ਼ ਕੀਤਾ। ਆਲਮ ਸਿੰਘ ਚੱਲੇ ਹੋ ਰਿਪ ਓ। ਭਾਈ ਆਲਮ ਸਿੰਘ ਨੱਚਣਾ ਵੀ ਬੜੇ ਰੋਹ ਵਿੱਚ ਆ ਕੇ ਚੱਲਿਆ ਵੈਰੀ ਦਲ ਦੇ ਉੱਤੇ। ਪ੍ਰਥਮ ਸੈਂਕੜੇ ਹੀ ਮਿਲ ਗਏ। ਏਦਾਂ ਕਹਿੰਦੇ ਵੇਖਦਿਆਂ ਵੇਖਦਿਆਂ ਜਿੰਨੇ ਸਿੰਘ ਸਾਰੇ ਇਕੱਠੇ ਹੋ ਕੇ ਆ ਗਏ। ਜਵਾਲਾ ਬੰਮਣੀ ਦਾਗਤ ਪਏ। ਚੱਲ ਪਏ ਪਿੱਛੇ ਜਿੱਧਰੋਂ ਭੀਮ ਚੰਦ ਜਾ ਰਿਹਾ ਸੀ। ਹਾਲੇ ਥੋੜਾ ਜਿਹਾ ਪੈਂਡਾ ਤੈਅ ਕਰਕੇ ਥੋੜਾ ਜਿਹਾ ਦੂਰ ਗਿਆ, ਸਿੰਘ ਪਿੱਛੋਂ ਆ ਪਹੁੰਚੇ, ਗੋਲੀਆਂ ਤੜਾਕ ਦੇ ਕੇ ਛੱਡੀਆਂ। ਬੋਰ ਹਜ਼ਾਰੋਂ ਹੋਏਗੇ ਸਿੰਘ। ਫਿਰ ਤਾਂ ਸਾਰੇ ਸਿੰਘ ਇੰਨੇ ਨੂੰ, ਪਹਿਲਾਂ ਤਾਂ 100-150 ਸਿੰਘ ਹੀ ਅੱਗੇ ਗਿਆ। ਉਹਨਾਂ ਨੂੰ ਵੇਖਦਿਆਂ ਵੇਖਦਿਆਂ ਪਿੱਛੇ ਜਿੰਨੀ ਫੌਜ ਸੀ ਸਿੰਘਾਂ ਦੀ ਸਾਰੀ ਜਾ ਪਹੁੰਚੀ। ਜਨ ਗਜ ਦਲ ਪਰ ਦੋਰੇ ਸਿੰਘ। ਕਹਿੰਦੇ ਏਦਾਂ ਆਏ ਨੇ ਸਿੰਘ ਮਾਨੋ ਜਿਵੇਂ ਕਿਸੇ ਹਾਥੀ ਦੇ ਉੱਤੇ ਸ਼ੇਰ ਦਾ ਹਮਲਾ ਹੁੰਦਾ ਨਾ, ਏਦਾਂ ਆਏ ਨੇ ਸਾਰੇ ਸਿੰਘ ਹਮਲਾ ਕਰਨ ਵਾਸਤੇ। ਮਿਲਤੇ ਹੋ ਐਸੀ ਮਾਰ ਮਚਾਈ। ਮਿਲਦਿਆਂ ਸਾਰ ਖਾਲਸੇ ਨੇ ਪਹਾੜੀਆਂ ਨਾਲ ਇਹੋ ਜੀ ਮਾਰ ਮਚਾਈ, ਇਹੋ ਜੀ ਮਾਰ ਮਾਰੀ ਨਾ ਪਹਾੜੀਆਂ ਨੂੰ। ਚਲਣ ਦੋਹੇਲਾ ਪਇਓ ਤੇ ਥਾਈ। ਇਹਨਾਂ ਦਾ ਉੱਥੋਂ ਚੱਲਣਾ ਔਖਾ ਕਰ ਦਿੱਤਾ। ਖਾਲਸੇ ਨੇ ਆਖਿਆ ਏਦਾਂ ਕਿਵੇਂ ਚਲੇ ਜਾਓਗੇ, ਤੁਸੀਂ ਚੜ ਕੇ ਆਏ ਸੀ ਗੁਰੂ ਘਰ ਤੇ, ਏਦਾਂ ਕਿਵੇਂ ਚਲੇ ਜਾਓਗੇ? ਤੇ ਸੁੱਖ ਦੇ ਨਾਲ ਵੀ ਸੌਖੇ ਢੰਗ ਨਾਲ ਨਗਾਰਾ ਵਜਾ ਕੇ ਜਾਣਾ। ਫਿਰ ਭੀਮ ਚੰਦ ਦੇ ਚੁੱਪਚਾਪ ਨਗਾਰਾ ਮੂਧਾ ਮਾਰ ਕੇ ਨਿਕਲ ਜਾਂਦਾ ਤੇ ਨਿਕਲ ਜਾਂਦਾ। ਚੱਲਿਆ ਵੀ ਐ ਤੇ ਫਿਰ ਜਾਂਦਾ ਸਾਨੂੰ ਨਗਾਰਾ ਵਜਾ ਕੇ ਸੁਣਾ ਕੇ ਚੱਲਿਆ ਵੀ ਮੈਂ ਚੱਲਿਆ ਨਗਾਰਾ ਵਜਾ ਕੇ। ਨਗਾਰੇ ਉਹ ਵਜਾ ਕੇ ਜਾਇਆ ਕਰਦੇ ਆ ਭੀਮ ਚੰਦ ਜਿਹੜੇ ਜਿੱਤ ਕੇ ਪਰਤਿਆ ਕਰਦੇ ਐ। ਏਦਾਂ ਨਗਾਰਾ ਵਜਾ ਕੇ ਚੱਲਿਆ। ਠਹਿਰ ਜਾ, ਹੁਣ ਇਹਦਾ ਸਵਾਦ ਤਾਂ ਤੈਨੂੰ ਚਖਣਾ ਹੀ ਪਵੇਗਾ ਜਾਂਦੇ ਜਾਂਦੇ ਨੂੰ। ਭੀਮ ਚੰਦ ਪਰ ਕਾਲੀ ਪੀਰ। ਭਿਆਨਕ ਭੀੜਾ ਦਾ ਸਮਾਂ ਭੀਮ ਚੰਦ ਤੇ ਆਣ ਬਣਿਆ। ਛੁੱਟੀ ਗੁਲਕਾਂ ਤੋਂ ਮਰ ਤੀਰ। ਗੋਲੀਆਂ ਤੀਰ ਚੱਲ ਪਏ। ਤਾਲੀਏ ਕੇਤਕ ਤਬ ਕੋਰੇ। ਔਰ ਬਹੁਤ ਸਾਰੇ ਘੋੜੇ ਘਾਇਲ ਕਰ ਦਿੱਤੇ। ਜਿਹੜੇ ਸਿਪਾਹੀ ਸਨ ਭੀਮ ਚੰਦ ਦੇ ਘੋੜ ਸਵਾਰ, ਉਹਨਾਂ ਨੇ ਕਈਆਂ ਆਖਿਆ ਜੀ ਅਸੀਂ ਨਹੀਂ ਹੁਣ ਲੜਨ ਜੋਗੇ। ਸਿੰਘ ਆਖਿਆ ਫਿਰ ਸ਼ਸਤਰ ਤੇ ਘੋੜੇ ਦੇ ਜਾਓ, ਚਲੇ ਜਾਓ।
ਉਹਨਾਂ ਕੋਲੋਂ ਘੋੜੇ ਖੋਹ ਲਏ ਕਈਆਂ ਦੇ ਕੋਲੋਂ। ਤਜੇ ਤਿਸੇ ਜੇ ਦ્વੈ ਕਰ ਜੋਰੇ, ਜਿਹਨੇ ਅੱਗੋਂ ਹੱਥ ਜੋੜੇ ਬਸ ਉਹ ਹੀ ਛੱਡੇ ਸਿੰਘਾਂ ਨੇ। ਨਾਏ ਤਾਂ ਖੜਗ ਪ੍ਰਹਾਰਨ ਲਾਗੇ, ਨਹੀਂ ਤਾਂ ਫਿਰ ਤਲਵਾਰ ਦਾ ਇਹੋ ਜਿਹਾ ਕਹਿੰਦੇ ਸਾਫ਼ ਵਾਰ ਕੀਤੇ ਨੇ ਸਿੰਘਾਂ ਨੇ ਕਿ ਝਟਕ ਝਟਕ ਕੇ ਢੱਕਰੇ ਕਰ ਦਿੱਤੇ। ਮਚਿਓ ਜੁੱਧ ਪੇ ਆरुन ਬਾਗੇ, ਔਰ ਯੁੱਧ ਮਚ ਗਿਆ। ਸਰੀਰ ਤੇ ਪਾਏ ਕੱਪੜੇ ਅਰਨ ਰੰਗ ਦੇ ਲਾਲ ਰੰਗ ਦੇ ਹੋ ਗਏ। ਸ਼੍ਰੀ ਕਲਗੀਧਰ ਸੁਨ ਸੁਧ ਸਾਰੀ, ਉਧਰ ਕਲਗੀਧਰ ਮਹਾਰਾਜ ਜੀ ਨੂੰ ਖਬਰ ਮਿਲੀ ਕਿ ਸਿੰਘਾਂ ਨੇ ਭੱਜੇ ਜਾਂਦੇ ਵੈਰੀਆਂ ਦੇ ਉੱਤੇ ਹਮਲਾ ਕੀਤਾ, ਪਰ ਇਸ ਕਰਕੇ ਕੀਤਾ ਵੀ ਉਹ ਨਗਾਰਾ ਵਜਾ ਕੇ ਭੱਜੇ ਜਾਂਦੇ ਸਨ। ਤੋ ਜਦੋਂ ਮਹਾਰਾਜ ਕਲਗੀਧਰ ਜੀ ਨੇ ਸੁਣਿਆ ਅਤੇ ਸਿੰਘ ਭਜ ਚਲੇ ਪਾਰੀ, ਕਿ ਪਹਾੜੀ ਭੱਜ ਚੱਲੇ ਨੇ ਸਿੰਘ ਉਹਨਾਂ ਨੂੰ ਮਾਰ ਰਹੇ ਹਨ, ਤਬ ਸਤਿਗੁਰ ਨਿਜ ਪਤੇ ਪਠਾਏ, ਮਹਾਰਾਜ ਜੀ ਨੇ ਉਸ ਵੇਲੇ ਆਪਣਾ ਸੇਵਾਦਾਰ ਭੇਜਿਆ। ਪਾਜੇ ਪੀਠ ਨ ਪਰਿਏ ਤਾਏ, ਸੁਨੇਹਾ ਭੇਜਿਆ ਸਿੰਘੋ ਜਿਹੜਾ ਭੱਜ ਜਾਏ ਪਿੱਠ ਵਿਖਾਵੇ ਰਣ ਭੂਮੀ 'ਚ, ਪਿੱਠ ਵਿਖਾ ਕੇ ਭੱਜਣ ਵਾਲੇ ਤੇ ਨਹੀਂ ਹਮਲਾ ਕਰਨਾ। ਜਿਹੜਾ ਭੱਜਿਆ ਜਾਂਦਾ ਪਿੱਠ ਵਿਖਾ ਕੇ ਉਹਦੇ ਤੇ ਹਮਲਾ ਨਹੀਂ ਕਰਨਾ ਖਾਲਸਾ ਜੀ। ਆਚੇ ਆਚੇ ਸਿੱਖ ਪਠਾਏ, ਜਿਹੜੇ ਚੰਗੇ ਚੰਗੇ ਸਿੱਖ ਕਿਉਂ ਪਤਾ ਸੀ ਵੀ ਇੱਕ ਦੇ ਸਿੰਘ ਨਾਲ ਤਾਂ ਨਹੀਂ ਕਾਬੂ ਆਣਾ ਸਾਰੀ ਫੌਜ ਨੇ। 15-20 ਸਿੰਘ ਮਹਾਰਾਜ ਜੀ ਨੇ ਜਿਹੜੇ ਚੰਗੇ ਚੰਗੇ ਸਿਆਣੇ ਜਿਨ੍ਹਾਂ ਦਾ ਪੰਥ 'ਚ ਸਤਿਕਾਰ ਸੀ ਉਹ ਮਹਾਰਾਜ ਜੀ ਨੇ ਭੇਜੇ ਵੀ ਤੁਸੀਂ ਸਾਰਿਆਂ ਨੂੰ ਮੋੜ ਕੇ ਲਿਆਓ। ਜਾਏ ਤਿਨੋਂ ਸਗਰੇ ਸਮਝਾਏ, ਜਾ ਕੇ ਖਾਲਸਾ ਇੰਨਾ ਰੋਹ ਵਿੱਚ ਆਇਆ ਸੀ। ਉਹ ਕਹਿੰਦੇ ਅਸੀਂ ਬਿਲਾਸਪੁਰ ਤੱਕ ਜਾਣਾ ਭੀਮ ਚੰਦ ਦੇ ਪਿੱਛੇ ਪਿੱਛੇ ਜਿੱਥੇ ਉਹਦੀ ਰਾਜਧਾਨੀ ਹੈ। ਹੋ ਸਕਿਆ ਤੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੁਲਾ ਕੇ ਹੀ ਵਾਪਸ ਆਵਾਂਗੇ। ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਨਹੀਂ ਛੱਡਣਾ ਇਹਨਾਂ ਦਾ ਖਹਿੜਾ। ਤੇ ਜਿਹੜੇ ਮਹਾਰਾਜ ਜੀ ਦੇ ਸੁਨੇਹਾ ਲੈ ਕੇ ਆਏ ਸਿੰਘ ਉਹ ਕਹਿੰਦੇ ਭਾਈ ਕਲਗੀਧਰ ਦਾ ਹੁਕਮ ਹੈ, ਚਲੋ ਇੱਥੋਂ ਹੁਣ ਵਾਪਸ ਪਰਤ ਚਲੋ। ਕਿਉਂ ਨਾਹਕ ਕਾਲੋ ਕਮਸਾਨਾ, ਹੁਣ ਲੜਨ ਦਾ ਕੀ ਫਾਇਦਾ, ਜਿਹੜੇ ਭੱਜ ਹੀ ਚੱਲੇ ਨੇ, ਜਿਹੜਾ ਭੱਜ ਗਿਆ ਮਰ ਗਿਆ ਇੱਕ ਬਰਾਬਰ ਹੈ। ਹਟੋ ਪ੍ਰਭੂ ਅਸ ਹੁਕਮ ਬਖਾਨਾ, ਪ੍ਰਭੂ ਜੀ ਦਾ ਹੁਕਮ ਹੈ ਕਿ ਹੁਣ ਹਟ ਕੇ ਵਾਪਸ ਆ ਜਾਓ। ਨਾਏ ਤਾਂ ਭੀਮ ਚੰਦ ਕੇ ਕਰ ਲੋ, ਤੇ ਨਹੀਂ ਤਾਂ ਸਿੰਘ ਤਾਂ ਇੰਨੇ ਰੋਹ ਵਿੱਚ ਸਨ ਕਹਿੰਦੇ ਭੀਮ ਚੰਦ ਦੇ ਘਰ ਤਾਂ ਹੀ ਜਾ ਕੇ ਆਉਣਾ। ਲੂਟਨ ਮਾਰਨ ਬਨੇ ਸੁਧਰ ਲੋ, ਔਰ ਉਹਦੇ ਘਰ ਦੇ ਵਿੱਚ ਵੀ ਲੁੱਟ ਮਾਰ ਕਰਕੇ ਹੀ ਖਾਲਸਾ ਵਾਪਸ ਪਰਤ ਕੇ ਆਵੇਗਾ। ਅਬ ਆਗੇ ਜਾਨੋ ਨੇ ਬਨੇ, ਪਰ ਗੁਰੂ ਸਾਹਿਬ ਦਾ ਹੁਕਮ ਹੈ ਕਿ ਅੱਗੇ ਨਹੀਂ ਜਾਣਾ, ਹੁਣ ਇੱਥੋਂ ਅੱਗੇ ਨਹੀਂ ਜਾਣਾ ਬਣਦਾ। ਪਾਗੇ ਕੋ ਨਾਇਨ ਰਿਪਹਨੇ, ਭੱਜੇ ਹੋਏ ਦੁਸ਼ਮਣ ਜਦੋਂ ਦੁਸ਼ਮਣ ਭੱਜਦਾ ਜਾਂਦਾ ਹੋਵੇ ਨਾ ਭੱਜਦੇ ਹੋਏ ਨੂੰ ਨਹੀਂ ਮਾਰਨਾ ਚਾਹੀਦਾ, ਇਹ ਰਾਜਨੀਤੀ ਹੈ। ਵਾਹਿਗੁਰੂ ਜੀ ਕੀ ਕੈ ਫਤਿਹ, ਭੱਜੇ ਹੋਏ ਨੂੰ ਜਾਂਦੇ ਨੂੰ ਕਿਉਂ ਨਹੀਂ ਮਾਰਨਾ? ਕਿਉਂਕਿ ਜਿਹੜਾ ਪਹਿਲਾਂ ਭੱਜਦਾ ਜਾਂਦਾ ਡਰ ਕੇ, ਭੱਜਦੇ ਹੋਏ ਨੂੰ ਜਦੋਂ ਪਿੱਛੋਂ ਹਮਲਾ ਕਰੋਗੇ ਉਹਨਾਂ ਵੇਖਣਾ ਵੀ ਹੁਣ ਸਾਡੇ ਪਿੱਛੇ ਹੀ ਪੈ ਗਏ ਨੇ, ਨਹੀਂ ਹਟਦੇ, ਉਹ ਫਿਰ ਘੁੰਮ ਕੇ ਲੜਨ ਜੋਗੇ ਆ ਜਾਣਗੇ ਤੇ ਫਿਰ ਅਗਲੇ ਵੀਰ ਰਸ ਦੇ ਵਿੱਚ ਆ ਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਤਾਂ ਫਿਰ ਖੂਬ ਲੜਨਗੇ, ਫਿਰ ਨੁਕਸਾਨ ਹੁੰਦਾ। ਇਸ ਕਰਕੇ ਸਿਆਣਪ ਨਹੀਂ ਵੀ ਭੱਜੇ ਜਾਂਦੇ ਦੁਸ਼ਮਣ ਨੂੰ ਮਾਰਨਾ। ਗੁਰੂ ਸਾਹਿਬ ਦਾ ਹੁਕਮ ਹੈ ਵਾਪਸ ਪਰਤਾਵੋ। ਸਿੰਘਾਂ ਨੇ ਉਸੇ ਵੇਲੇ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕੀਤੀ। ਤੋ ਵਾਹਿਗੁਰੂ ਜੀ ਕੀ ਫਤਿਹ ਕਹਿੰਦਿਆਂ, ਸਤਿ ਸ੍ਰੀ ਅਕਾਲ ਕਹਿੰਦਿਆਂ ਜੰਗ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਚਲਾਉਂਦਿਆਂ ਹੋਇਆਂ ਫਤਿਹ ਦਾ ਇਸ ਆਨੰਦਪੁਰ ਸਾਹਿਬ ਦੇ ਜੰਗ ਨੂੰ ਜਿੱਤ ਕੇ ਪਰਤੇ ਹਨ। ਗਰਜੇ ਤੁਨ ਉੱਚੀ ਤੇ ਅਤੇ, ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਂਦਿਆਂ ਸਿੰਘ ਗਰਜਦੇ ਨੇ। ਫਤਿਹ ਹੋ ਗਈ ਹੈ ਜੰਗ ਵਿੱਚ ਖਾਲਸਾ ਜੀ, ਕਲਗੀਧਰ ਜੀ ਦੀ ਵਾਹਿਗੁਰੂ ਜੀ ਦੀ ਫਤਿਹ ਹੋ ਗਈ ਹੈ। ਕਿਤਕ ਤੁਰੰਗ ਲੂਟ ਕਰ ਲਿਆਏ, ਆਉਂਦਿਆਂ ਪਹਾੜੀਆਂ ਦੇ ਕਈ ਘੋੜੇ ਸਿੰਘ ਖੋਹ ਕੇ ਲੈ ਕੇ ਆਏ ਹਨ। ਆਯੁਧ ਚੀਨੇ ਸ਼ਤਰੂ ਪਲਾਏ, ਔਰ ਕਈਆਂ ਦੇ ਸ਼ਸਤਰ ਖੋਹ ਲਏ ਔਰ ਸ਼ਸਤਰ ਖੋਹ ਕੇ ਉਹਨਾਂ ਨੂੰ ਟੋਰਿਆ। ਹਟ ਆਏ ਵੱਡ ਬਜਤ ਨਗਾਰੇ, ਏਦਾਂ ਸਿੰਘ ਜਦੋਂ ਵਾਪਸ ਆਏ ਵੜਦਿਆਂ ਸਾਰ ਆਨੰਦਪੁਰ ਸਾਹਿਬ ਚ ਲੱਖਾ ਸਿੰਘ ਨਗਾਰਚੀ ਨੇ ਨਗਾਰੇ ਤੇ ਜਿੱਤ ਦੀਆਂ ਚੋਭਾਂ ਲਾਈਆਂ। ਪੁਨ ਸੁਖੇ ਨਹੀਂ ਸ਼ਤਰੂ ਸਿਧਾਰੇ, ਔਰ ਫਿਰ ਦੁਸ਼ਮਣ ਸੁਰਖਰੂ ਹੋ ਕੇ ਵਾਪਸ ਮੁੜਿਆ। ਭੀਮ ਚੰਦ ਸੁਰਖਰੂ ਹੋ ਕੇ ਜਾਣ ਲੱਗਾ। ਜੈ ਕੈ ਪੁਰ ਗ੍ਰਾਮਨ ਮੈਂ ਰੋਰਾ, ਜਿੱਥੇ ਕਿੱਥੇ ਪਿੰਡਾਂ ਗ੍ਰਾਮਾਂ ਸ਼ਹਿਰਾਂ ਵਿੱਚ ਰੌਲਾ ਪੈ ਗਿਆ। ਪੀਟਨ ਰੁਦਨ ਹੋਤ ਸਭ ਠੋਰਾ, ਪਿੱਟਣਾ ਛਾਪਾ ਰੋਣਾ ਪਿਆ ਹੋਇਆ ਆਨੰਦਪੁਰ ਸਾਹਿਬ ਤੋਂ ਦੂਰ ਪਰੇ ਪਹਾੜੀਆਂ ਰਿਆਸਤਾਂ ਵਿੱਚ। ਭੀਮ ਚੰਦ ਸੁਨ ਸੁਨ ਪਛਤਾਵਤ, ਭੀਮ ਚੰਦ ਸੁਣ ਸੁਣ ਕੇ ਪਛਤਾਵਾ ਕਰਦਾ ਹੈ। ਚਿਤਵਤ ਚਿੰਤਾ ਬਹੁ ਦੁਖ ਪਾਵਤ, ਚਿਤਵਦਾ ਚਿੰਤਾ ਕਰਕੇ ਬੜਾ ਪਛਤਾਉਂਦਾ ਭੀਮ ਚੰਦ। ਪਹੁੰਚਿਓ ਤਬ ਆਪਣੀ ਰਾਜਧਾਨੀ,
ਆਪਣੀ ਰਾਜਧਾਨੀ ਬਿਲਾਸਪੁਰ ਚ ਪਾਪੀ ਪਹੁੰਚ ਗਿਆ। ਹੋਰਾ ਪਇਓ ਬਹੁਤੇ ਅਭਿਮਾਨੀ। ਅਭਿਮਾਨੀ ਨੂੰ ਹਰ ਥਾਂ ਤੇ ਹੌਲਾ ਪਿਆ, ਯਾਨੀ ਕਿ ਤਿਰਸਕਾਰ ਤੇ ਨਰਾਦਰ ਤੇ ਲਾਹਨਤਾਂ ਦਾ ਇਹਨੂੰ ਜਿਹੜਾ ਲਾਹਨਤਾਂ ਖਾਣੀਆਂ ਪਈਆਂ। ਇਤ ਗੁਰ ਨਿਕਟ ਖਾਲਸਾ ਆਇਓ, ਫਤਿਹ ਪਾਏ ਕਰ ਬਾਹਰ ਖਾਇਓ। ਭਾਈ ਆਲਮ ਸਿੰਘ, ਭਾਈ ਉਦੈ ਸਿੰਘ, ਭਾਈ ਮੋਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਇਹ ਸਾਰੇ ਸਿੰਘ ਮਹਾਰਾਜ ਜੀ ਕੋਲ ਆਏ। ਆ ਕੇ ਸਤਿਗੁਰਾਂ ਦੇ ਸਨਮੁਖ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਆਪ ਜੀ ਦਾ ਖਾਲਸਾ ਵਾਹਿਗੁਰੂ ਦਾ ਹੈ ਔਰ ਫਤਿਹ ਵੀ ਵਾਹਿਗੁਰੂ ਦੀ ਰਣ ਭੂਮੀ ਦੇ ਵਿੱਚ ਹੋਈ ਹੈ। ਜੰਗ ਅੱਜ ਖਾਲਸੇ ਨੇ ਫਤਿਹ ਕਰ ਲਿਆ ਹੈ। ਸ਼ਸਤਰਨ ਸਹਿਤ ਸੁਦਰਸ਼ਨ ਦੇਖਾ। ਮਹਾਰਾਜ ਜੀ ਦੇ ਸ਼ਸਤਰ ਧਾਰੀ ਸਰੂਪ ਦੇ ਖਾਲਸੇ ਨੇ ਦਰਸ਼ਨ ਕੀਤੇ। ਸਿੰਘਾਂ ਨੂੰ ਮਹਾਰਾਜ ਜੀ ਨੇ ਵੇਖਿਆ, ਸਭ ਸ਼ਸਤਰ ਧਾਰੀ ਤਿਆਰ ਬਰ ਤਿਆਰ ਹਨ। ਕਿਰਪਾ ਦ੍ਰਿਸ਼ਟ ਗੁਰ ਕਰੀ ਵਿਸ਼ੇਖਾ। ਸਾਰੇ ਸਿੰਘਾਂ ਤੇ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਮੇਰੇ ਪਾਤਸ਼ਾਹ ਨੇ ਵੇਖਿਆ। ਪਦ ਅਰਬਿੰਦਨ ਪਰ ਸਿਰ ਧਰ ਧਰ। ਸਾਰੇ ਸਿੰਘ ਵਾਰੋ ਵੇਰੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਵਲਾਂ ਤੇ ਆਪਣਾ ਸਿਰ ਧਰ ਕੇ, ਸਿਰ ਚਰਨਨ ਪਰ ਧਾਰ, ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਧਰ ਕੇ ਮੱਥਾ ਟੇਕਦੇ ਨੇ। ਫਿਰਿਓ ਖਾਲਸਾ ਬੰਦਨ ਕਰ ਕਰ। ਸਾਰਾ ਖਾਲਸਾ ਬੰਦਨਾ ਕਰ ਕਰਕੇ ਮਹਾਰਾਜ ਜੀ ਦੇ ਸਨਮੁਖ ਥਿਰ ਗਿਆ, ਦੀਵਾਨ ਸਜ ਗਿਆ ਖਾਲਸੇ ਦਾ। ਸਭ ਦਿਸ਼ ਦੇਖਤ ਪ੍ਰਭੂ ਉਚਾਰਾ। ਸਾਰੇ ਖਾਲਸੇ ਵੱਲ ਵੇਖਦਿਆਂ ਬਾਜਾਂ ਵਾਲੇ ਚੌਜੇ ਪ੍ਰੀਤਮ ਸਰਬੰਸਦਾਨੀ ਸਤਿਗੁਰੂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੋਲੇ। ਜਬ ਜਾਣੇ ਰਿਪ ਕੋ ਪਜਹਾਰਾ। ਆਖਿਆ ਖਾਲਸਾ ਜੀ, ਰਣ ਭੂਮੀ 'ਚ ਵੇਖੋ ਜਦੋਂ ਵੀ ਦੁਸ਼ਮਣ ਹਾਰ ਕੇ ਭੱਜ ਗਿਆ, ਜਦੋਂ ਵੇਖੋ ਕਿ ਦੁਸ਼ਮਣ ਹੁਣ ਹਾਰ ਕੇ ਭੱਜ ਗਿਆ ਹੈ, ਅਬ ਤਿਨ ਗੈਲ ਨ ਪਰੇ ਕਦਾਈ। ਕਦੇ ਵੀ ਆਉਣ ਵਾਲੇ ਸਮੇਂ 'ਚ ਭੱਜੇ ਜਾਂਦੇ ਦੁਸ਼ਮਣ ਦੇ ਪਿੱਛੇ ਨਹੀਂ ਪੈਣਾ। ਜਦੋਂ ਦੁਸ਼ਮਣ ਭੱਜ ਜਾਏ ਰਣ ਭੂਮੀ 'ਚ ਪਿੱਠ ਵਿਖਾ ਕੇ, ਭੱਜੇ ਹੋਏ ਦੁਸ਼ਮਣ ਦੇ ਉੱਤੇ ਫਿਰ ਹਮਲਾ ਨਹੀਂ ਕਰਨਾ। ਇਹ ਖਾਲਸੇ ਨੇ ਵਿਚਾਰ ਰੱਖਣੀ ਹੈ। ਇਹੀ ਨੀਤ ਸ਼ੁਭ ਨਰਨ ਬਤਾਈ। ਸ਼ੁਭ ਨਰਾਂ ਨੇ ਇਹੀ ਰੀਤ ਦੱਸੀ ਆ, ਇਹੀ ਮਰਿਆਦਾ ਦੱਸੀ ਹੈ। ਸ਼ਸਤਰ ਗਾਏ ਰਿਪ ਸਨਮੁਖ ਹੋਏ। ਸ਼ਸਤਰ ਪਕੜ ਕੇ ਦੁਸ਼ਮਣ ਦੇ ਜਿਹੜਾ ਸਨਮੁਖ ਹੋ ਕੇ ਲੜੇ, ਜਾਂ ਜਿਹੜਾ ਦੁਸ਼ਮਣ ਸ਼ਸਤਰ ਪਕੜ ਕੇ ਸਨਮੁਖ ਆ ਕੇ ਲੜੇ, ਇਸ ਕੋ ਪ੍ਰਿਸ਼ਟੀ ਦਏ ਨ ਕੋਏ। ਉਹਨੂੰ ਕਦੇ ਪਿੱਠ ਨਹੀਂ ਵਿਖਾਉਣੀ। ਜਿਹੜਾ ਦੁਸ਼ਮਣ ਸ਼ਸਤਰ ਧਾਰੀ ਕਰ ਹੋ ਕੇ ਸਨਮੁਖ ਆਵੇ, ਉਹਨੂੰ ਕਦੇ ਆਪਣੀ ਪਿੱਠ ਨਹੀਂ ਵਿਖਾਉਣੀ। ਧਰਮ ਯੁੱਧ ਕੋ ਨਿਤ ਅਨੁਰਾਗੋ। ਹਮੇਸ਼ਾ ਧਰਮ ਯੁੱਧ ਦਾ ਅਨੁਰਾਗ ਰੱਖਣਾ ਹੈ ਖਾਲਸਾ ਜੀ। ਧਰਮ ਯੁੱਧ ਦਾ ਚਾਅ ਆਪਣੇ ਹਿਰਦੇ 'ਚ ਰੱਖਣਾ ਹੈ। ਭਲੇ ਨਰਨ ਕੇ ਮਗ ਕੋ ਲਾਗੋ। ਜਿਹੜਾ ਭਲੇ ਨਰਾਂ ਦਾ ਰਸਤਾ ਹੈ, ਉਸ ਰਸਤੇ ਦੇ ਪੰਧੂਆ ਬਣਨਾ, ਉਸ ਰਸਤੇ ਦੇ ਪਾਧੀ ਬਣਨਾ ਹੈ। ਸਿੱਖੀ ਧਰੋ ਸਿਦਕ ਨੇ ਹਾਰੋ। ਐ ਗੁਰੂ ਖਾਲਸਾ ਜੀ, ਸਿੱਖੀ ਧਾਰਨ ਕਰਨੀ ਹੈ, ਆਪਣਾ ਸਿਦਕ ਨਹੀਂ ਹਾਰਨਾ, ਸਿਦਕ ਗੁਰੂ ਤੇ ਪਰਪੱਕ ਰੱਖਣਾ ਹੈ। ਸਤ ਨਾਮ ਜਪ ਜਨਮ ਸੁਧਾਰੋ। ਔਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਇਹ ਪਾਵਨ ਨਾਮ ਜਪ ਕੇ ਆਪਣਾ ਜਨਮ ਸੁਧਾਰਨਾ ਹੈ। ਆਪਣੇ ਜਨਮ ਨੂੰ ਇਸ ਅੰਮ੍ਰਿਤ ਨਾਮ ਨੂੰ ਜਪ ਕੇ ਸਵਾਰਨਾ ਹੈ। ਕਰ ਹੈ ਰਾਜ ਖਾਲਸਾ ਮੇਰਾ। ਮੇਰਾ ਖਾਲਸਾ ਰਾਜ ਕਰੇਗਾ। ਮੇਰੇ ਸਾਹਿਬ ਨੂੰ ਚਾਅ ਹੀ ਇਹ ਹੈ, ਮੇਰਾ ਖਾਲਸਾ ਰਾਜ ਕਰੇ। ਗੁਰਦੇਵ ਨੇ ਕਦੇ ਨਹੀਂ ਇੱਛਾ ਕੀਤੀ ਮੈਂ ਰਾਜ ਕਰਨਾ ਹੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਰਾਜ ਕਰੇ। ਆਵੇਗਾ ਸਮਾਂ ਮੇਰਾ ਖਾਲਸਾ ਰਾਜ ਕਰੇਗਾ। ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਆ ਖਾਲਸਾ ਜੀ ਅਸੀਂ ਤੁਹਾਨੂੰ, ਹੰਨੇ ਹੰਨੇ ਦੀ। ਪੁੱਛਿਆ ਮਹਾਰਾਜ, ਇਹ ਹੰਨੇ ਹੰਨੇ ਦੀ ਪਾਤਸ਼ਾਹੀ ਕਿਹੜੀ ਹੁੰਦੀ ਹੈ? ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ। ਘੋੜੇ ਦੀ ਕਾਠੀ ਤੇ ਬੈਠਾ ਸਿੰਘ ਧਰਤੀ ਦੇ ਜਿਸ ਵੀ ਖਿੱਤੇ ਵਿੱਚ, ਜਿਸ ਵੀ ਥਾਂ ਤੇ ਖਲੋਤਾ ਹੋਵੇ, ਉਹ ਉੱਥੋਂ ਦਾ ਹੀ ਪਾਤਸ਼ਾਹ ਹੈ, ਉੱਥੋਂ ਦਾ ਹੀ ਉਹ ਰਾਜਾ ਹੈ। ਇਹ ਹੰਨੇ ਹੰਨੇ ਦੀ ਪਾਤਸ਼ਾਹੀ ਮਹਾਰਾਜ ਜੀ ਕਹਿੰਦੇ ਮੈਂ ਖਾਲਸੇ ਨੂੰ ਦਿੱਤੀ ਹੈ, ਤੇ ਮੇਰਾ ਖਾਲਸਾ ਰਾਜ ਕਰੇਗਾ, ਮੇਰਾ ਖਾਲਸਾ ਪਾਤਸ਼ਾਹ ਹੋਵੇਗਾ। ਜਦੋਂ ਨਵਾਬੀ ਆਈ ਨਾ ਲਾਹੌਰ ਤੋਂ, ਕਹਿੰਦੇ ਜੀ ਨਵਾਬੀ ਦੀ ਪੱਗ ਲੈ ਲਓ। ਸਿੰਘ ਕਹਿੰਦੇ ਸਾਨੂੰ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ,
ਤੇ ਅਸੀਂ ਪਾਤਸ਼ਾਹੀ ਛੱਡ ਕੇ ਨਵਾਬੀ, ਤੇ ਛੋਟੀ ਪਦਵੀ ਹੁੰਦੀ, ਪਾਤਸ਼ਾਹੀ ਵੱਡੀ ਹੁੰਦੀ ਹੈ। ਵੀ ਆਹ ਕਿੱਦਾਂ ਦੀ ਰੁਤਬਾ ਹੋਇਆ, ਅਸੀਂ ਪਾਤਸ਼ਾਹੀ ਛੱਡ ਕੇ ਨਵਾਬੀ ਕਿਉਂ ਲਈਏ? ਅਸੀਂ ਨਹੀਂ ਲੈਣੀ। ਉਹ ਜਿਹੜੀ ਨਵਾਬੀ ਦੀ ਪੱਗ ਲੈ ਕੇ ਆਏ ਭਾਈ ਸੁਬੇਗ ਸਿੰਘ ਜੀ ਜੰਬਰ ਲੈ ਕੇ ਆਏ ਸੀ, ਉਹ ਪੈਰਾਂ 'ਚ ਰੁਲਦੀ ਫਿਰੇ ਸਿੰਘਾਂ ਦੇ ਖਿੱਦੂ ਵਾਂਗੂ। ਗਿਆਨੀ ਗਿਆਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਉਹ ਕਹਿੰਦੇ ਜਿਵੇਂ ਖਿੱਦੂ ਨਹੀਂ ਪੈਰਾਂ ਦੇ ਵਿੱਚ ਗੇਂਦ ਜੀ ਰੁੜੀ ਜਾਂਦੀ, ਏਦਾਂ ਜਿਹੜੇ ਸਿੰਘ ਕੋਲ ਜਾਇਆ ਕਰੇ ਕਹਿੰਦੇ ਮੈਂ ਨਹੀਂ ਲੈਣੀ, ਪਰ ਇਹ ਲੈ ਜਾ, ਸਾਨੂੰ ਪਾਤਸ਼ਾਹੀ ਦਿੱਤੀ ਗੁਰੂ ਸਾਹਿਬ ਨੇ। ਫਿਰ ਸੁਬੇਗ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਸੇ ਕੋਲੋਂ ਮੰਗਣ ਨਹੀਂ ਗਏ, ਆਪ ਤੁਹਾਡੇ ਕੋਲ ਚੱਲ ਕੇ ਆਈ ਤੁਹਾਡੇ ਪ੍ਰਤਾਪ ਨਾਲ, ਤੁਸੀਂ ਨਹੀਂ ਲੈਣੀ, ਕਿਸੇ ਸੇਵਾਦਾਰ ਨੂੰ ਬਖਸ਼ ਦਿਓ। ਨਵਾਬ ਕਪੂਰ ਸਿੰਘ ਸਾਹਿਬ ਜੀ ਉੱਥੇ ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ। ਚਿਹਰੇ ਤੇ ਹਲੇ ਤਾਜ਼ਾ ਤਾਜ਼ਾ ਫੱਟ ਲੱਗਾ ਸੀ ਜੰਗ ਦੇ ਮੈਦਾਨ 'ਚ। ਨਿਗਾਹ ਪਈ ਦੀਵਾਨ ਦਰਬਾਰਾ ਸਿੰਘ ਜੀ ਦੀ, ਪੰਥ ਦੇ ਜਥੇਦਾਰ ਸਨ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਅਕਾਲ ਤਖਤ ਸਾਹਿਬ ਦੇ ਦੂਸਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ। ਉਹਨਾਂ ਦੀ ਨਿਗਾਹ ਪਈ ਤੇ ਉਧਰੋਂ ਕਈ ਸਿੰਘ ਬਾਣੀ ਪੜਦਾ, ਉਹ ਪੜਦਾ ਅਕਾਲ ਤਖਤ ਸਾਹਿਬ ਤੋਂ ਕਹਿ ਰਿਹਾ ਸੀ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਆਖਿਆ ਸੇਵਕ ਆ ਗੁਰੂ ਘਰ ਦਾ, ਨਵਾਬੀ ਇਹਨੂੰ ਦੇ ਦਿਓ। ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਤੀਸਰੇ ਜਥੇਦਾਰ ਸਨ, ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਖਾਲਸਾ ਜੀ ਮੈਂ ਜ਼ਕਰੀਏ ਦੀ ਦਿੱਤੀ ਨਵਾਬੀ ਨਹੀਂ ਲੈਣੀ, ਮੈਨੂੰ 5 ਸਿੰਘ ਆਪਣੇ ਚਰਨਾਂ ਨਾਲ ਛੁਆ ਕੇ ਨਵਾਬੀ ਦੇਣ ਤਾਂ ਮੈਂ ਲੈ ਸਕਦਾ ਹਾਂ। 5 ਸਿੰਘਾਂ ਨੇ ਉਹ ਨਵਾਬੀ ਦੀ ਪੱਗ 5 ਸਿੰਘਾਂ ਦੇ ਚਰਨੀ ਛੁਆ ਕੇ ਕਹਿੰਦੇ ਫਿਰ ਨਵਾਬ ਕਪੂਰ ਸਿੰਘ ਸਾਹਿਬ ਨੂੰ ਦੇ ਕੇ ਨਵਾਬੀ ਦਿੱਤੀ। ਕਹਿਣ ਤੋਂ ਭਾਵ ਕਿ ਖਾਲਸੇ ਨੂੰ ਪਾਤਸ਼ਾਹੀ ਮਹਾਰਾਜ ਜੀ ਨੇ ਦਿੱਤੀ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਨੇ ਆਉਣ ਵਾਲੇ ਸਮੇਂ 'ਚ ਪਾਤਸ਼ਾਹੀ ਕਰਨੀ ਹੈ, ਰਾਜ ਕਰਨਾ ਹੈ। ਸਭ ਇਨ ਪਰ ਹੋਏ ਬਲੀ ਬਡੇਰਾ, ਸਾਰਿਆਂ ਤੇ ਮੇਰਾ ਖਾਲਸਾ ਬਲੀ ਹੋਵੇਗਾ। ਸ੍ਰੀ ਅਸਕੇਤ ਆਦ ਸ਼ਕਤੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਦ ਸ਼ਕਤੀ ਹੈ, ਹੋਏ ਹੈ ਤੁਮਰੇ ਸਦਾ ਸਹਾਈ। ਖਾਲਸਾ ਜੀ ਪ੍ਰਮਾਤਮਾ ਤੇ ਪ੍ਰਮਾਤਮਾ ਦੀ ਸ਼ਕਤੀ ਸਦਾ ਤੁਹਾਡੀ ਸਹਾਇਤਾ ਕਰੇਗੀ। ਇਮ ਕਹਿ ਕਰ ਸ਼ੁਭ ਬਚਨ ਬਿਸਾਲਾ, ਏਦਾਂ ਮਹਾਰਾਜ ਜੀ ਨੇ ਸ਼ੁਭ ਬਚਨ ਕਹੇ। ਫਤਿਹ ਲਈ ਕਰ ਸ਼ਤਰੂ ਵਿਨਾਸ਼ਾ, ਸਾਰੇ ਦੁਸ਼ਮਣ ਦਾ ਵਿਨਾਸ਼ ਕਰਕੇ ਖਾਲਸੇ ਨੇ ਆਨੰਦਪੁਰ ਸਾਹਿਬ ਦੇ ਇਸ ਜੰਗ 'ਚ ਫਤਿਹ ਪ੍ਰਾਪਤ ਕੀਤੀ ਹੈ। ਕਾਇਲ ਸਭ ਹੋਏ ਸਾਵਧਾਨਾ, ਜਿਹੜੇ ਕਾਇਲ ਤੇ ਜ਼ਖਮੀ ਸਨ ਸਾਰੇ ਸਾਵਧਾਨ ਹੋ ਗਏ। ਸਾਲ ਪੱਤਰ ਦੇ ਸੁਖ ਕੋਠਾਨਾ, ਸਭ ਨੂੰ ਮਹਾਰਾਜ ਜੀ ਨੇ ਸਾਲ ਪੱਤਰ ਬਖਸ਼ੇ, ਜ਼ਖਮੀ ਨਿਰੋਏ ਹੋ ਗਏ। ਜੁੱਧ ਖਾਲਸੇ ਕੋ ਇਹ ਪੜੇ, ਹੁਣ ਇਸ ਕਥਾ ਨੂੰ ਪੜਨ ਸੁਣਨ ਦਾ ਮਹਾਤਮ ਸੁਣੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਖਿਆਲ ਵਿੱਚ ਪਿਛਲੀ 7 ਤਰੀਕ ਨੂੰ 7 ਅਗਸਤ ਨੂੰ ਇਹ ਕਥਾ ਜੰਗ ਦੀ ਸ਼ੁਰੂ ਹੋਈ ਸੀ। 20-21 ਦਿਨ ਹੋ ਗਏ ਆ ਲੜੀਵਾਰ ਕਥਾ ਇਸ ਜੰਗ ਦੀ ਨੂੰ ਚਲਦਿਆਂ ਹੋਇਆ। ਭਾਈ ਸਾਹਿਬ ਇਸ ਕਥਾ ਨੂੰ ਪੜਨ ਸੁਣਨ ਦਾ ਮਹਾਤਮ ਦੱਸਦੇ ਆ ਕਿ ਜਿਹੜਾ ਵੀ ਮਾਈ ਭਾਈ ਇਸ ਕਥਾ ਨੂੰ ਖਾਲਸਾ ਜਿਹੜਾ ਪੜ੍ਹੇਗਾ ਜਾਂ ਫਿਰ ਸੁਣੇਗਾ, ਕਿਦੋਂ ਸੁਨਾਏ ਸੁਨੇ ਸੁਖ ਬੜੇ, ਜਾਂ ਫਿਰ ਕੋਈ ਇਹਨੂੰ ਸੁਣਾਵੇਗਾ, ਜਿਹੜਾ ਪੜ੍ਹੇਗਾ ਸੁਣੇਗਾ ਜਾਂ ਸੁਣਾਵੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਉਹਦੇ ਸੁੱਖਾਂ ਵਿੱਚ ਵਾਧਾ ਹੋਵੇਗਾ। ਸੁੱਖ ਬੜਾ, ਆਹਾ ਸੁੱਖ ਤਾਂ ਹੈ ਪਹਿਲਾਂ, ਕਹਿੰਦੇ ਉਹਦੇ ਸੁੱਖ ਹੋਰ ਵਧਣਗੇ, ਉਹਦੇ ਸੁੱਖਾਂ ਵਿੱਚ ਵਾਧਾ ਹੋਵੇਗਾ। ਗੁਰ ਕੋ ਸਿਦਕ ਹਿਰਦੇ ਮੈਂ ਪਾਵੇ, ਔਰ ਜਿਹੜਾ ਸੁਣੇਗਾ ਸੁਣਾਵੇਗਾ ਉਹਨੂੰ ਗੁਰੂ ਦਾ ਸਿਦਕ ਪ੍ਰਾਪਤ ਹੋਵੇਗਾ ਹਿਰਦੇ 'ਚ। ਭਰੋਸੇ ਵਾਲੇ ਸਿੰਘਾਂ ਦਾ ਇਤਿਹਾਸ ਹੈ ਭਾਈ ਉਦੇ ਸਿੰਘ ਵਰਗਿਆਂ ਦਾ। ਕਹਿੰਦੇ ਜਿਹੜਾ ਸੁਣੇਗਾ ਸੁਣਾਵੇਗਾ ਉਹਨੂੰ ਗੁਰੂ ਦਾ ਸਿਦਕ, ਗੁਰੂ ਦਾ ਭਰੋਸਾ ਪ੍ਰਾਪਤ ਹੋਵੇਗਾ। ਜਨਮ ਮਰਨ ਕੀ ਕੋ ਮਤ ਮਿਟਾਵੇ, ਜਨਮ ਤੇ ਮਰਨ ਮਿਟ ਜਾਵੇਗਾ ਔਰ ਖੋਟੀ ਮਤ ਦਾ ਨਾਸ਼ ਹੋਵੇਗਾ। ਪਾਦੜੀ ਚੰਦ ਹਾਂਜੀ। ਸਤ ਗੁਰ ਵਿਸਾਲ ਗੋਬਿੰਦ ਸਿੰਘ, ਵਿਸ਼ਾਲ ਸਤਿਗੁਰੂ, ਵੱਡਿਆਂ ਤੋਂ ਵੱਡੇ ਸਤਿਗੁਰੂ, ਜਿਨ੍ਹਾਂ ਤੋਂ ਵੱਡਾ ਕੋਈ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। 300 ਜਸ ਪੜੇ ਕੈ ਸੁਨੇ ਸਿੰਘ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਲਗੀਧਰ ਪਾਤਸ਼ਾਹ ਜੀ ਦਾ ਸੁਜਸ ਸਿੰਘ ਪੜ੍ਹਦੇ ਨੇ ਔਰ ਸੁਣਦੇ ਹਨ। ਮਹਾਰਾਜ ਜੀ ਦਾ ਜਸ ਸਿੰਘ ਪੜ੍ਹਦੇ ਤੇ ਸੁਣਦੇ ਹਨ। ਬੇਨਤੀ ਭਨਤ
ਸੰਤੋਖ ਸਿੰਘ। ਮਹਾਕਵੀ ਭਾਈ ਸੰਤੋਖ ਸਿੰਘ ਜੀ ਬੇਨਤੀ ਕਰਦੇ ਹਨ, ਮ੍ਰਿਗ ਪਾਪਨ ਹਨਨ ਕੋ ਮਨੋ ਸਿੰਘ। ਕਹਿੰਦੇ ਕਲਗੀਧਰ ਜੀ ਦੀ ਜਿਹੜੀ ਇਹ ਕਥਾ ਹੈ, ਗੁਰੂ ਖਾਲਸਾ ਜੀ ਜਿਹੜੀ ਕਥਾ ਤੁਸੀਂ ਸੁਣ ਰਹੇ ਹੋ, ਇਹ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਪਾਪਾਂ ਰੂਪ, ਜਿਵੇਂ ਹਿਰਨਾਂ ਦੇ ਉੱਤੇ ਸਿੰਘ ਬੁਗਦਾ ਨਾ ਤੇ ਹਿਰਨਾਂ ਨੂੰ ਭਜਾ ਕੇ ਰੱਖ ਦਿੰਦਾ, ਹਿਰਨਾਂ ਦੀਆਂ ਡਾਰਾਂ ਭੱਜ ਟੁਰਦੀਆਂ ਨੇ, ਇਸੇ ਤਰ੍ਹਾਂ ਹੈ ਸਤਿਗੁਰੂ ਕਲਗੀਧਰ ਦੀ ਇਹ ਅੰਮ੍ਰਿਤ ਕਥਾ ਪਾਪਾਂ ਰੂਪੀ ਹਿਰਨਾਂ ਨੂੰ ਬੱਬਰ ਸ਼ੇਰ ਸਮਾਨ ਭਜਾ ਦੇਣ ਵਾਲੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਜੋ ਇਹ ਕਥਾ ਸੁਨੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਇਹ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ ਹੈ, ਜਿਸ ਨੂੰ ਸਰਵਣ ਕੀਤਿਆਂ, ਪੜ੍ਹਿਆਂ, ਕਥਨ ਕੀਤਿਆਂ ਹਿਰਦਾ ਸ਼ੁੱਧ ਹੁੰਦਾ ਹੈ। ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ, ਸਾਨੂੰ ਆਪਣਾ ਪਵਿੱਤਰ ਜਸ ਕਰਨ ਤੇ ਸੁਣਨ ਦਾ ਬਲ ਬਖਸ਼ਿਆ ਹੈ। ਰੋਮ ਰੋਮ ਕਰਕੇ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੰਪੂਰਨਤਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ, ਔਰ ਨਾਲ ਹੀ ਦੂਸਰੀ ਵਧਾਈ ਸ੍ਰੀ ਆਨੰਦਪੁਰ ਸਾਹਿਬ ਦਾ ਜੋ ਜੰਗ ਖਾਲਸੇ ਨੇ ਜਿੱਤਿਆ ਹੈ, ਉਹਦੀਆਂ ਵੀ ਵਧਾਈਆਂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਮੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਐ ਪੀਓ ਵਣਿਆਰ, ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਕੋਈ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਓਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।